ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਹੈ। ਤਕਰੀਬਨ ਸਾਡੀਆਂ 40 ਸੀਟਾਂ ਅਨਾਊਂਸ ਹੋ ਗਈਆਂ, ਬਾਕੀ ਸੀਟਾਂ ਸਾਡੀਆਂ ਜਲਦੀ ਹੀ ਅਨਾਊਂਸ ਹੋ ਜਾਣਗੀਆਂ। ਅੱਜ ਮੈਂ ਤਕਰੀਬਨ 7 ਜਗ੍ਹਾ 'ਤੇ ਮੇਰੀ ਪ੍ਰੋਗਰਾਮ ਹੈ। ਪਿਛਲੇ ਕਈ ਦਿਨਾਂ ਤੋਂ ਮੈਂ ਲਗਾਤਾਰ ਪੰਜਾਬ ਦੇ ਕਈ ਸ਼ਹਿਰਾਂ 'ਚ ਜਾ ਕੇ ਆਇਆ, ਮਿਊਨਿਸਪਲ ਕਮੇਟੀਆਂ 'ਚ ਜਾ ਕੇ ਆਇਆ। ਬਹੁਤ ਵਧੀਆ ਰਿਸਪੌਂਸ ਲੋਕਾਂ ਦਾ ਹੈ, ਜਨਤਾ ਦਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ 4 ਸਾਲ ਪੰਜਾਬੀਆਂ ਦੇ ਬਰਬਾਦ ਕਰ ਦਿੱਤੇ। ਸ਼ਹਿਰਾਂ ਤੇ ਕਮੇਟੀਆਂ 'ਚ 1 ਰੁਪਿਆ ਨਹੀਂ ਆਇਆ। ਜਿੱਥੇ ਡਿਵੈਲਪਮੈਂਟ ਅਸੀਂ ਛੱਡ ਕੇ ਗਏ ਸੀ ਉੱਥੇ ਹੀ ਰਹਿ ਗਈ ਹੈ। ਸੋ ਆ ਜਿਹੜਾ ਇਲੈਕਸ਼ਨ ਹੈ, ਪਤਾ ਲੱਗ ਜੂ ਕਾਂਗਰਸ ਨੂੰ। ਤੇ ਮੈਂ ਸਾਰੇ ਅਫਸਰ ਸਾਹਿਬਾਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਾ ਚਾਹੀਦਾ ਹੈ। ਆ ਕਾਂਗਰਸ ਦੀ ਸੋਚ ਹੈ ਧੱਕਾ ਕਰਨਾ, ਕਾਂਗਰਸ ਦੀ ਸੋਚ ਹੈ, ਸਾਰੇ ਐਮਐਲਏ ਕੋਸ਼ਿਸ਼ ਕਰ ਰਿਹਾ ਕਿ ਕਾਂਗਰਸ ਰਿਜੈਕਟ ਕਰਾ ਕੇ ਅਸੀਂ ਆਪਣੇ ਕੈਂਡੀਡੇਟ ਨੂੰ ਜਿਤਾ ਦਈਏ। ਪਰ ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ, ਤੁਸੀਂ ਇਹਨਾਂ ਦੀ ਗੱਲ 'ਚ ਨਾ ਆਓ। ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਸਟਰੋਂਗ ਇਲੈਕਸ਼ਨ ਐਕਸ਼ਨ ਹੋਣਾ ਚਾਹੀਦਾ ਹੈ। ਐ ਨਹੀਂ ਹੋਣਾ ਚਾਹੀਦਾ ਜਿਵੇਂ ਪਿਛਲੀ ਵਾਰ ਪੰਚਾਇਤਾਂ ਦੇ ਇਲੈਕਸ਼ਨ ਵਿੱਚ ਕਾਗਜ਼ ਹੀ ਨਹੀਂ ਦਾਖਲ ਕਰ ਦਿੱਤੇ ਤੇ ਯੂਨੈਨਿਮਸ ਕਲਿੱਕ ਕਰਤਾ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦਾ ਮਤਲਬ ਹੈ ਇਕੁਅਲ ਰਾਈਟ। ਮਤਲਬ ਨਹੀਂ ਕਿ ਤੁਸੀਂ ਸਰਕਾਰ ਹੋ ਤੇ ਸਰਕਾਰ ਨਾਲ ਧੱਕਾ ਕਰ ਸਕੋ। ਪਹਿਲੇ ਦਿਨ ਇਹਨੇ ਧੱਕਾ ਕੀਤਾ ਵਾਰਡਬੰਦੀ 'ਚ। ਕਿਸੇ ਵਾਰਡ 4000 ਵੋਟ ਹੈ, ਕਿਸੇ ਵਾਰਡ 'ਚ 500 ਵੋਟ ਹੈ। ਕਈ ਸਾਡੇ ਪੂਰੇ ਪੰਜਾਬ 'ਚ ਪਤਾ ਲੱਗਿਆ, ਕਈ ਮੰਡੀਆਂ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਰ ਸੀ ਉਹਨਾਂ ਦੀ ਵੋਟਾਂ ਹੀ ਕੱਟਤੀਆਂ। ਜਿਹੜੇ ਸਾਡੇ ਕੈਂਡੀਡੇਟ ਬਣਨ ਵਾਲੇ ਸੀ ਉਹਨਾਂ ਦੀ ਵੋਟਾਂ ਹੀ ਕੱਟਤੀਆਂ। ਇਸ ਤਰੀਕੇ ਨਾਲ ਉਹ ਲੱਗੇ ਹੈ, ਸਾਰੇ ਪੰਜਾਬ 'ਚ ਕਾਂਗਰਸ ਲੱਗੀ ਹੈ। ਸੋ ਵਿਚ ਇਜ਼ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹਿੰਦਾ ਨੋਟ ਲੈਣਾ ਚਾਹੀਦਾ ਹੈ। ਕਈ ਇੱਥੇ ਪੁਲਿਸ ਅਫਸਰ ਹੈ ਜਿਹੜੇ ਇੱਥੇ 4-4 5-5 ਸਾਲ ਹੋ ਗਏ, ਜਿਹੜਾ ਇਲੈਕਸ਼ਨ ਦਾ ਕੋਡ ਦੀ ਪ੍ਰੋਵੀਜ਼ਨਸ ਹੈ ਉਹ ਵੀ ਇੱਥੇ ਉਹ ਨਹੀਂ ਰਹਿ ਸਕਦੇ। ਸੋ ਉਹਨਾਂ ਨੂੰ ਵੀ ਉਹਨਾਂ ਬਦਲਣਾ ਚਾਹੀਦਾ। ਕੋਈ ਸਵਾਲ? ਸੁਖਬੀਰ ਜੀ, ਕੇਂਦਰ ਸਰਕਾਰ ਨਾਲ ਮੀਟਿੰਗ ਲਗਾਤਾਰ ਹੋ ਰਹੀ ਹੈ ਕਿਸਾਨਾਂ ਦੀ, ਲੇਕਿਨ ਬੇਸਿੱਟਾ ਮੀਟਿੰਗ ਰਹੀ, ਕੱਲ ਵੀ ਕੋਈ ਨਤੀਜਾ ਨਹੀਂ ਆਇਆ। ਹੁਣ ਲੱਗ ਰਿਹਾ ਕੋਈ ਗੱਲ ਬਣੂਗੀ ਉਹਨਾਂ ਦੀ ਆਪਸ ਵਿੱਚ? ਸੀ ਸੈਂਟਰ ਸਰਕਾਰ ਤੇ ਨਿਰਭਰ ਹੈ। ਸੈਂਟਰ ਸਰਕਾਰ ਸੀਰੀਅਸ ਨਹੀਂ ਹੈ, ਉਹਦਾ ਇੰਟੈਂਸ਼ਨ ਠੀਕ ਨਹੀਂ ਹੈ। ਜੇ ਇੰਟੈਂਸ਼ਨ ਠੀਕ ਹੁੰਦੀ ਤਾਂ 8 ਮੀਟਿੰਗਾਂ ਕਰਨ ਦੀ ਲੋੜ ਹੀ ਨਹੀਂ। ਬੜਾ ਸੌਖਾ ਕੰਮ ਹੈ। ਕਿਸਾਨ ਨਹੀਂ ਚਾਹੁੰਦੇ ਐਕਟ, ਤੁਸੀਂ ਵਾਪਸ ਲੈ ਲਓ। ਪਰ ਤੁਸੀਂ ਇੰਨੀ ਰੋਜ਼ ਦੂਜੇ ਦਿਨ ਕੱਲ੍ਹ ਮੀਟਿੰਗ, ਪਰਸੋਂ ਮੀਟਿੰਗ, ਚੌਥੀ ਮੀਟਿੰਗ, ਸ਼ਾਮ ਨੂੰ ਲੋਕਾਂ ਨੂੰ ਆਸਾਂ ਹੋ ਜਾਂਦੀਆਂ, ਫਿਰ ਚਲੇ ਜਾਂਦੇ ਵਿਚਾਰੇ। ਤੇ ਲੋਕੀ ਹਜ਼ਾਰਾਂ ਕਿਸਾਨ ਠੰਡ 'ਚ ਬੈਠੇ, ਮੈਨੂੰ ਲੱਗਦਾ ਤਕਰੀਬਨ 100 ਦੇ ਨੇੜੇ ਸ਼ਹੀਦ ਹੋ ਗਏ ਹੈ। ਕਿੰਨੇ ਪਰਿਵਾਰ ਤੁਸੀਂ ਉਹਨਾਂ ਨੂੰ ਔਖਾ ਕਰੀ ਜਾਂਦੇ ਹੋ? ਕਿੰਨੇ ਲੋਕਾਂ ਡਿਲੇ ਦੀ ਗੱਲ ਕਰਦੀ ਵੀ ਡਿਲੇ ਕਰਾਂਗੇ ਕਾਨੂੰਨ 1.5 ਸਾਲ ਤੱਕ ਹੋਰ ਦੀ ਗੱਲ ਕੀਤੀ। ਉਹਨੂੰ ਕਿਵੇਂ ਦੇਖਦੇ ਹੋ? ਯਾਰ ਦੇਖੋ, ਕਿਸਾਨ ਜਥੇਬੰਦੀ ਫੈਸਲਾ ਕਰਨ, ਕਿਉਂਕਿ ਉਹਨਾਂ ਕੋਲੇ ਪ੍ਰਪੋਜ਼ਲ ਗਿਆ ਹੈ ਜਿਹੜਾ ਹੈਗਾ, ਦੇਖਦੇ ਹਾਂ ਕੀ ਹੁੰਦਾ। ਸਰ, ਦਿੱਲੀ ਵਿੱਚ ਆਊਟਰ ਰਿੰਗ ਰੋਡ ਤੇ ਕਿਸਾਨ ਕਹਿ ਰਹੇ 26 ਜਨਵਰੀ ਨੂੰ ਕਿਸਾਨ ਪਰੇਡ ਨਿਕਲਣ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕਹਿਤਾ ਵੀ ਪੁਲਿਸ ਜਿਹੜੀ ਦਿੱਲੀ ਪੁਲਿਸ ਆਪਣੇ ਆਪ ਮੈਨੇਜ ਕਰੇ ਸਾਰਾ ਕੁਝ। ਸੀ ਕਿਸਾਨ ਜਥੇਬੰਦੀ ਨੇ ਸਾਰਿਆਂ ਨੇ ਕਿਹਾ ਹੈ, ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਨੈਸ਼ਨਲ ਫਲੈਗ ਲਾ ਕੇ ਅਸੀਂ ਪਰੇਡ ਕਰਾਂਗੇ। ਸੋ ਫਿਰ ਓਬਜੈਕਸ਼ਨ ਕੀ ਹੈ ਉਹਨਾਂ ਨੂੰ? ਕਿ ਹਰ ਇਨਸਾਨ ਆਪਣਾ ਦੀ ਰਾਈਟ ਹੈ, ਡੈਮੋਕ੍ਰੈਟਿਕ ਰਾਈਟ ਹੈ, ਤੇ ਉਹਨਾਂ ਨੂੰ ਅਲਾਉ ਕਰ ਦੇਣਾ ਚਾਹੀਦਾ ਹੈ। ਐਂਡ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਕਿ ਇਹ ਸਾਰਾ ਪੀਸਫੁਲ ਰਿਹਾ। ਦੇਖੋ, ਐਜੀਟੇਸ਼ਨ ਤਕਰੀਬਨ ਹੁਣ ਕਿੰਨੇ 4-5 ਮਹੀਨੇ ਹੋ ਗਏ, ਪੀਸਫੁਲ ਐਜੀਟੇਸ਼ਨ ਰਿਹਾ। ਇਹਦੇ 'ਚ ਕੋਈ ਵਾਇਲੈਂਸ ਦਾ ਈਵਨ ਪ੍ਰੋਵੋਕੇਸ਼ਨ ਗਵਰਨਮੈਂਟ ਤੋਂ ਹੋਈ, ਪਰ ਫਿਰ ਵੀ ਪੀਸਫੁਲ ਰਿਹਾ। ਸੋ ਮੈਂ ਵਧਾਈ ਦੇਣਾ ਚਾਹੁੰਦਾ। ਸੋ ਉਹਨਾਂ ਨੂੰ ਨੇਚਰ ਜੇ ਪੀਸਫੁਲ ਹੈ ਤੇ ਫਿਰ ਸੈਂਟਰ ਨੂੰ ਡਰਨ ਦੀ ਲੋੜ ਨਹੀਂ ਹੈ। ਸੁਖਬੀਰ ਜੀ, ਵੈਕਸੀਨ ਦੇ ਕਈ ਸਾਈਡ ਇਫੈਕਟ ਹੋ ਰਹੇ ਨੇ। ਪਿੰਡਾਂ ਵਿੱਚ ਇੱਕ ਘਰ ਦੇ ਵਿੱਚ 85 ਦੇ ਕਰੀਬ ਵੋਟਾਂ। ਮੈਂ ਵੀ ਕਹਿ ਰਿਹਾ ਕਿ ਜਿਹੜੀ ਕਾਂਗਰਸ ਸਰਕਾਰ ਹੈ ਇਲੀਗਲ ਤਰੀਕੇ ਨਾਲ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ। ਕਈ ਪਿੰਡਾਂ ਦੀਆਂ ਵੋਟਾਂ ਕਾਂਗਰਸੀਆਂ ਦੇ ਸ਼ਹਿਰਾਂ 'ਚ ਬਣਾ ਲਈਆਂ। ਜਿਵੇਂ ਤੁਹਾਡੇ ਇੱਕ ਘਰ 'ਚ 85 ਮੈਂਬਰਾਂ ਦੀ ਵੋਟ ਪਾਈ ਹੈ, ਬਣਾਈ ਹੈ, ਤੇ ਹੈ ਕੋਈ ਨਹੀਂ। ਸੋ 85 ਦਾ ਮਤਲਬ ਪਿੰਡਾਂ ਉਹਨਾਂ ਬੰਦੇ ਕਾਂਗਰਸੀ ਆਪਣੇ 85 ਬੰਦੇ ਲਿਆ ਕੇ ਵੋਟਾਂ ਪਾਉਣਗੇ। ਤੇ ਮਿਊਨਿਸਪਲ ਕਮੇਟੀ 'ਚ ਕਿਉਂਕਿ ਵੋਟਾਂ ਹੀ 2000 ਹੁੰਦੀਆਂ ਵਾਰਡ 'ਚ, ਕਿਸੇ 500, 700, 2000, 2500, 100 ਵੋਟ ਦਾ ਤਾਂ ਸਾਰਾ ਕੁਝ ਚੇਂਜ ਹੋ ਸਕਦਾ। ਸੁਖਬੀਰ ਜੀ, ਰਾਹੁਲ ਗਾਂਧੀ ਵੱਲੋਂ ਬੁੱਕਲੇਟ ਜਾਰੀ ਕੀਤੀ ਹੋਈ ਹੈ। ਉਹ ਕਹਿ ਰਹੇ ਪ੍ਰਧਾਨ ਮੰਤਰੀ ਤੋਂ ਸਮਝਦਾਰ ਕਿਸਾਨ ਨੇ। ਮੈਂ ਇੱਕ ਰਾਹੁਲ ਗਾਂਧੀ ਨੂੰ ਕਹਿਣਾ ਸਭ ਤੋਂ ਜਿਹੜਾ ਮੈਨੂੰ ਲੱਗਦਾ ਭਾਵੇਂ ਫਰਾਡ ਕਹੀਏ, ਭਾਵੇਂ ਮੈਂ ਕਹਿੰਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਬੈਕ ਸਟੈਬਿੰਗ ਫਾਰਮ ਕਿਸਾਨ ਦੀ ਰਾਹੁਲ ਗਾਂਧੀ ਨੇ ਕੀਤੀ ਹੈ। ਰਾਹੁਲ ਗਾਂਧੀ ਦਾ ਚੋਣ ਪੱਤਰ ਪੜ੍ਹ ਲਓ।
ਆ 2019 ਚ ਰਾਹੁਲ ਗਾਂਧੀ ਨੇ ਕਿਹਾ ਜੇ ਮੈਂ ਪ੍ਰਧਾਨ ਮੰਤਰੀ ਬਣੂੰਗਾ ਦੇਸ਼ ਦਾ ਮੈਂ ਸਭ ਤੋਂ ਪਹਿਲੇ ਕੰਮ ਕਰੂੰਗਾ ਕਿ ਜਿਹੜੇ ਹੈਗੇ ਆਪਣੇ ਪ੍ਰਾਈਵੇਟ ਮੰਡੀਆਂ ਸਾਰੀਆਂ ਲਾਗੂ ਕਰਾਂਗੇ, ਸਰਕਾਰ APMC ਮੰਡੀਆਂ ਨੂੰ ਬੰਦ ਕਰਾਂਗੇ। ਆਹ ਰਾਹੁਲ ਗਾਂਧੀ ਦਾ ਬਿਆਨ ਹੈ, ਮੈਨੀਫੈਸਟੋ 'ਚ ਹੈ। ਕਾਂਗਰਸ ਚੋਣ ਉਵੇਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਮੈਨੀਫੈਸਟੋ 'ਚ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੀ ਕਮੇਟੀ ਸੀ ਐਕਟ ਦੀ ਉਹਦੇ ਮੈਂਬਰ ਸੀ, ਤੇ ਫਿਰ ਆਹ ਸਾਰਾ ਕੁਛ ਹੀ ਕੈਪਟਨ ਤੇ ਕਾਂਗਰਸ ਦੀ ਨਿਗਾਹ ਦੇ ਥੱਲੇ ਹੋਇਆ। ਉਹਨਾਂ ਦਾ ਇੰਟੈਂਸ਼ਨ ਹੈ ਆਈ ਐਕਟ ਕਿ 10 ਸਾਲ ਪਹਿਲੇ ਆਪਣੇ ਮਨਮੋਹਨ ਸਿੰਘ ਲੈ ਕੇ ਆਏ ਸੀ ਪਾਰਲੀਮੈਂਟ 'ਚ, ਇਹ ਰੌਲਾ ਪਿਆ। ਸੋ ਮੇਰਾ ਮਤਲਬ ਹੈ ਜਿੰਨੇ 3 ਐਕਟ ਹੈ ਆਰਕੀਟੈਕਟ ਬ੍ਰੇਨ ਪਿੱਛੇ ਕਾਂਗਰਸ ਹੈ, ਪਰ ਕਿਉਂਕਿ ਹੁਣ ਆਪੋਜੀਸ਼ਨ 'ਚ ਆ ਗਈ, ਉਹਨੂੰ ਦੇਖਿਆ ਰੌਲਾ ਪੈ ਗਿਆ, ਹੁਣ ਜਾਣ ਕੇ ਉੱਥੇ ਕਰਨਾ ਚਾਹੁੰਦੇ। ਸਰ ਕਿਸਾਨਾਂ ਵੱਲੋਂ ਪੀਸਫੁਲ ਪ੍ਰੋਟੈਸਟ ਕੀਤਾ ਜਾ ਰਿਹਾ, ਸ਼ਿਮਲਾ ਦੇ ਵਿੱਚ 3 ਕਿਸਾਨ ਜਿਹੜੇ ਅਰੈਸਟ ਵੀ ਕੀਤੇ ਆ ਪੁਲਿਸ ਵੱਲੋਂ। ਮੈਂ ਉਹੀ ਕਹਿਣਾ ਚਾਹੁੰਦਾ ਇਹਨਾਂ ਨੂੰ ਇਹ ਜੀ ਛੋਟੀ ਛੋਟੀ ਗੱਲਾਂ ਦਾ ਕੋਈ ਫਾਇਦਾ ਨਹੀਂ। BJP ਸਰਕਾਰ ਨੂੰ NIA ਦੀ ਰੇਡ ਬਣਾ ਦਿਓ, ED ਦੇ ਭੇਜ ਦਿਓ, ਕੀ ਫਾਇਦਾ? ਤੁਸੀਂ ਪੀਸਫੁਲ ਕਿਸਾਨਾਂ ਨੂੰ ਤੁਸੀਂ ਇੰਸਟੀਗੇਟ ਕਰ ਰਹੇ ਹੋ। ਤੁਸੀਂ ਕਹਿੰਦੇ ਜੀ ਮਤਲਬ ਹੁਣ ਕਾਂਗਰਸ ਆਪੋਜੀਸ਼ਨ ਦੇ ਵਿੱਚ ਆ ਗਈ ਤਾਂ ਇਸ ਤਰ੍ਹਾਂ ਕਰ ਰਹੀ ਹੈ। ਤਾਂ ਜਦੋਂ ਮੈਡਮ ਕੇਂਦਰੀ ਮੰਤਰੀ ਸੀਗੇ ਤਾਂ ਉਦੋਂ ਮੈਡਮ ਨੇ ਵੀ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀਗਾ ਕਿ ਮਤਲਬ ਇਹਦੇ ਫਾਇਦੇ ਗਿਣਾਏ ਸੀਗੇ। ਨਹੀਂ, ਮੈਂ ਕਿਹਾ ਸੀ, ਮੈਂ ਸ਼ੁਰੂ ਤੋਂ ਅਸੀਂ ਕਿਹਾ ਕਰਕੇ ਅਸੀਂ ਉਦੋਂ ਕਿਹਾ ਕਿ ਸਾਨੂੰ ਉਦੋਂ ਕਿਹਾ ਗਿਆ ਸੀ, ਜ਼ਿੰਮੇਵਾਰੀ ਲੱਗੀ ਸੀ ਕਿ ਜੋ ਪ੍ਰੋਵੀਜ਼ਨ ਜੋ ਕਮੀਆਂ ਤੁਸੀਂ ਆ ਕੇ ਦੱਸੋ ਸਾਨੂੰ ਤੇ ਅਸੀਂ ਚੇਂਜ ਕਰਾਂਗੇ। ਅਸੀਂ ਪਾਰਲੀਮੈਂਟ ਦੇ ਹਾਊਸ ਵਿੱਚ ਕਿਹਾ ਸੀ, ਸਾਰੀ ਪਾਰਲੀਮੈਂਟ ਦੇ ਮਿਨਿਸਟਰਾਂ ਸਾਹਮਣੇ, ਕੋਈ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਅੰਦਰ ਤੁਸੀਂ ਤੁਹਾਡੀ ਪ੍ਰਿਵਿਲੇਜ ਮੋਸ਼ਨ ਹੋ ਸਕਦੀ ਹੈ ਜੇ ਤੁਸੀਂ ਝੂਠ ਬੋਲੋ, ਤੇ ਤੁਹਾਨੂੰ MP ਤੋਂ ਦਰਖਾਸਤ ਕੀ ਕਰ ਸਕਦੇ ਹੋ। ਮੈਂ MP ਦੇ ਮਿਨਿਸਟਰਾਂ ਦੇ ਨਾਮ ਹੀ ਲੈਤੇ, ਸਾਰੇ ਤੁਸੀਂ ਬੈਠੇ ਸੀ ਜੋ ਹਰਸਿਮਰਨ ਨੇ ਕਿਹਾ, ਤੇ ਤੁਸੀਂ ਕਿਹਾ ਕਿ ਤੁਸੀਂ ਪ੍ਰੋਵੀਜ਼ਨ ਲੈ ਕੇ। ਸਾਡੀ ਉਦੋਂ ਜ਼ਿੰਮੇਵਾਰੀ ਸੀ ਕਿ ਲੋਕਾਂ ਦੀ, ਕਿਸਾਨਾਂ ਦੀ ਜ਼ਿੰਮੇਵਾਰੀ। ਜਿਵੇਂ ਹੁਣ ਕਿਸਾਨ ਹਰ ਰੋਜ਼ ਮੀਟਿੰਗ 'ਚ ਕਿਉਂ ਜਾਂਦੇ ਆ, ਕੋਈ ਹੱਲ ਨਿਕਲੇ। ਉਦੋਂ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ, ਪਰ ਅਸੀਂ ਇੱਕ ਗੱਲ ਤੇ ਕਲੀਅਰ ਸੀ ਕਿ ਜੇ ਆ ਵਾਪਸ ਨਾ ਜਾਂ ਕਿਸਾਨਾਂ ਦੀ ਭਾਵਨਾ ਨਾ ਮੰਨੀ, ਫਿਰ ਅਸੀਂ ਕਿਸਾਨਾਂ ਨਾਲ ਹੈ, ਫਿਰ ਸਰਕਾਰ ਨਾਲ ਨਹੀਂ ਹੈ। ਮੈਂ ਤੁਹਾਨੂੰ ਅੱਜ ਦੱਸਣਾ, ਦੇਖੋ ਮੈਨੇ ਜੀ ਨਹੀਂ ਸੀ ਕਹਿੰਦਾ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਦੋਂ ਯੂਨੀਅਨ ਮਿਨਿਸਟਰ ਕੌਣ ਸੀ? ਬੂਟਾ ਸਿੰਘ। ਦੇਸ਼ ਦੇ ਰਾਸ਼ਟਰਪਤੀ ਕੌਣ ਸੀ? ਗਿਆਨੀ ਜੈਲ ਸਿੰਘ। ਕੀ ਉਹਨੇ ਅਸਤੀਫਾ ਦਿੱਤਾ? ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਕੁਰਸੀ ਦੇ ਲਾਲਚ ਸੀ ਉਹਨਾਂ ਨੂੰ। ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਕੁਰਸੀ ਦੀ ਲਾਲਚ ਨਹੀਂ। ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਜੇਲ੍ਹ ਕੱਟੀ, ਕਿਉਂ? ਕਿਉਂਕਿ ਕੁਰਸੀ ਦੀ ਲਾਲਚ ਨਹੀਂ। ਜੇ ਕੁਰਸੀ ਲਾਲਚ ਹੁੰਦੀ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ, ਅਸੀਂ ਚੀਫ ਮਿਨਿਸਟਰ ਹੋਰ ਹੁੰਦੇ। ਅਸੀਂ ਆਪਣੇ ਅਸੂਲਾਂ ਦੀ ਪਾਰਟੀ ਹੈ, ਅਸੀਂ ਕਲੀਅਰ ਸੀ ਉਹਨਾਂ ਨੂੰ, ਗਵਰਨਮੈਂਟ ਆਫ ਇੰਡੀਆ ਨੂੰ ਕਲੀਅਰ ਕੀਤਾ ਸੀ ਕਿ ਜੇ ਤੁਸੀਂ ਕਿਸਾਨਾਂ ਦੀ ਭਾਵਨਾ ਨਹੀਂ ਮੰਨੋਗੇ ਅਸੀਂ ਨਹੀਂ ਰਹਿ ਸਕਦੇ। ਸੋ ਅਸੀਂ ਕੋਸ਼ਿਸ਼ ਕੀਤੀ, ਅਸਫਲ ਰਹੀ, ਅਸਤੀਫਾ ਦਿੱਤਾ ਇੱਕਦਮ ਨਾ। ਇੱਕ ਐ ਨਹੀਂ, ਅਸਲੀ ਐਕਟ, ਅਸਲੀ ਫੈਸਲੇ ਦੀ ਘੜੀ ਤੱਕ ਪਾਰਲੀਮੈਂਟ ਹੈ ਨਾ, ਜਦੋਂ ਐਕਟ ਬਣਨਾ ਹੈ। ਜਦੋਂ ਐਕਟ ਬਣਨ ਦਾ ਟਾਈਮ ਆਇਆ ਉਦੋਂ ਅਸੀਂ ਕਲੀਅਰ ਫੈਸਲਾ ਲਿੱਤਾ। ਉੱਥੇ ਐ ਨਹੀਂ ਹੈ ਕਿ ਉਹਦੇ ਵੋਟ ਪਾਤੀ ਉੱਥੇ ਤੇ ਬਾਹਰ ਆ ਕੇ ਅਸੀਂ ਦੂਜਾ ਕੀਤਾ, ਨਾ, ਅਸੀਂ ਉੱਥੇ ਕਲੀਅਰ ਕੀਤਾ। ਤੇ ਜਿਹੜੀ ਕਾਂਗਰਸ ਸੀ ਤੇ ਆਮ ਆਦਮੀ ਪਾਰਟੀ ਸੀ, ਉਹ ਤੋਂ ਵਾਕਆਊਟ ਕਿਉਂ ਕੀਤਾ? ਉਹਨਾਂ ਨੇ ਵੋਟ ਕਿਉਂ ਨਹੀਂ ਇਹਦੇ ਖਿਲਾਫ ਪਾਈ? ਇਕੱਲੇ ਅਸੀਂ ਪਾਉਣ ਵਾਲੇ ਸੀ। ਸੁਖਬੀਰ ਜੀ, ਕਰੋਨਾ ਵੈਕਸੀਨ ਦੇ ਕਈ ਥਾਵਾਂ ਤੇ ਸਾਈਡ ਇਫੈਕਟ ਵੀ ਹੋ ਰਹੇ ਆ, ਖਬਰਾਂ ਸਾਹਮਣੇ ਆ ਰਹੀ ਸੀ। ਆ ਜਿਹੜੇ ਸਾਰਾ ਕੁਛ ਆ ਟੈਕਨੀਕਲ ਇਸ਼ੂ ਹੈ, ਜਿਹੜਾ ਆਪਣੇ ਜਿਹੜੇ ਗਵਰਨਮੈਂਟ ਆਫ ਇੰਡੀਆ ਨੂੰ ਬੜੀ ਕੇਅਰਫੁਲੀ ਇਹਦੇ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਕੀ ਇਫੈਕਟ ਉਸ ਕਰਕੇ ਜਾਂ ਹੋਰ ਕਰਕੇ ਆ, ਕਈ ਕਰਕੇ ਆ ਜਿਹੜਾ ਹੈਗਾ। ਅਕਾਲੀ ਦਲ ਦੇ ਵਰਕਰ ਵੀ ਕੁਝ ਨਾਰਾਜ਼ ਹੋ ਗਏ, ਕਾਂਗਰਸ ਪਾਰਟੀ ਦੇ ਸਾਰੇ ਟਕਰਾ ਗਏ। ਯਾਰ ਆਇਆ ਰਾਮ ਤਾਂ ਗਾਇਆ ਰਾਮ ਚੱਲਦਾ ਰਹਿੰਦਾ। ਸੁਖਬੀਰ ਜੀ ਕੋਈ ਪਾਦੋਂ ਨਹੀਂ ਗੱਲ ਦੱਸਾਂ, ਕੋਈ ਵਰਕਰ ਜੇ ਪਾਰਟੀ ਛੱਡ ਕੇ ਜਾਂਦਾ ਇਹਦਾ ਮਤਲਬ ਨਹੀਂ ਹੈ ਕਿ ਪਾਰਟੀ ਨੂੰ ਸੱਟ ਬੰਦੀ ਹੈ। ਜਨਤਾ ਨੂੰ ਪਤਾ ਹੈ ਕਿਹਨੂੰ ਵੋਟ ਪਾਉਣੇ। ਕੋਈ ਕਿਸੇ ਦੇ ਕਹਿਣ ਤੇ ਐ ਨਹੀਂ ਹੁੰਦਾ ਕਿ ਮੈਂ ਚਲੇਗਾ ਤਾਂ ਉਧਰ ਚਲੇਗਾ। ਸੁਖਬੀਰ ਜੀ, ਸਥਾਨਕ ਚੋਣਾਂ ਦਾ ਐਲਾਨ ਹੋਏ ਨੂੰ ਕਿੰਨੇ ਦਿਨ ਹੋ ਗਏ? ਅਜੇ ਤੱਕ ਮਤਲਬ ਕਿਤੇ ਵੀ ਸ਼ਹਿਰ ਜਾਂ ਸੂਬੇ 'ਚ ਸਥਾਨਕ ਚੋਣਾਂ ਦਾ ਐਲਾਨ ਹੋਏ ਨੂੰ ਕਿੰਨੇ ਦਿਨ ਹੋ ਗਏ? ਅਜੇ ਤੱਕ ਸੂਬੇ 'ਚ ਜਾਂ ਸ਼ਹਿਰ 'ਚ ਕਿਤੇ ਵੀ ਆਚਾਰ ਸੰਹਿਤਾ ਨਾਮ ਦੀ ਕੋਈ ਚੀਜ਼ ਨਹੀਂ ਨਿਕਲੀ। ਵੱਡੇ ਵੱਡੇ ਯੂਨੀਪੋਲ ਲੱਗੇ ਨੇ, ਸਰਕਾਰੀ ਖਾਤੇ ਵੀ ਲੱਗੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਉਹ ਕਹਿ ਰਿਹਾ ਕਿ ਇੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਬਣਿਆ ਬੈਠਾ ਹੈ ਜਿਵੇਂ ਕਾਂਗਰਸ ਦਾ ਕਮਿਸ਼ਨ ਹੁੰਦਾ। ਉਹਨੂੰ ਬੇਨਤੀ ਕਰਦਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਪਾਵਰ ਨੂੰ ਯੂਟਿਲਾਈਜ਼ ਕਰੋ। ਕਿਉਂਕਿ ਇਲੈਕਸ਼ਨ ਕਮਿਸ਼ਨ ਆਪਾਂ ਤੁਹਾਨੂੰ ਇੱਕ ਗੱਲ ਦੱਸਾਂ, ਗਵਰਨਮੈਂਟ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਨਹੀਂ ਹੈ, ਸਟੇਟ ਦਾ ਇਲੈਕਸ਼ਨ ਕਮਿਸ਼ਨਰ ਹੈ ਜਿਹੜਾ ਅਪਾਇੰਟਡ ਬਾਈ ਦਾ ਪੰਜਾਬ ਸਟੇਟ ਹੈ। ਫਰਕ ਹੈ। ਤੁਸੀਂ ਇਹਨੂੰ ਐ ਨਾ ਸਮਝੋ ਕਿ ਸੈਂਟਰਲ ਇਲੈਕਸ਼ਨ ਕਮਿਸ਼ਨ ਦੇ ਥੱਲੇ ਹੈ। ਅੱਜ ਲੋਕਲ ਚੋਣਾਂ ਵਾਸਤੇ ਇੱਕ ਸਟੇਟ ਦਾ ਇਲੈਕਸ਼ਨ ਕਮਿਸ਼ਨ ਬਣਦਾ ਹੈ, ਜਿਹੜਾ ਇੱਕ ਰਿਟਾਇਰਡ ਆਈਐਸ ਅਫਸਰ ਸਟੇਟ ਦਾ ਹੁੰਦਾ ਹੈ।
ਸੋ ਮੈਂ ਪਿਛਲੀ ਵਾਰ ਵੀ ਪੰਚਾਇਤਾਂ ਦੇ ਇਲੈਕਸ਼ਨ, ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਵਿੱਚ ਇੰਨੀਆਂ ਧਾਂਦਲੀਆਂ ਕੀਤੀਆਂ, ਕਾਗਜ਼ ਰੱਦ ਕਰਤੇ, ਗੋਲੀਆਂ ਚਲਾਈਆਂ, ਇਲੈਕਸ਼ਨ ਕਮਿਸ਼ਨ ਨੇ ਕੁਝ ਨਹੀਂ ਕੀਤਾ। ਹੁਣ ਬੇਨਤੀ ਕਰਦਾ ਘੱਟ ਤੋਂ ਘੱਟ ਆਪਣੀ ਥੋੜੀ ਹੋਣ ਤਾਂ ਦਿਖਾਓ। ਹੁਣ ਵੀ ਤੁਸੀਂ ਦੇਖੋ ਸਾਰੀ ਵਾਇਲੇਸ਼ਨਸ ਹੈ, ਕੰਮ ਚੱਲੀ, ਮਿਊਨਿਸਪਲ ਕਮੇਟੀਆਂ ਦੇ ਕੰਮ ਚੱਲੀ ਜਾਂਦੇ ਆ, ਧੱਕਾ ਕਰੀ ਜਾਂਦੇ ਆ। ਜਿਹੜੇ ਪੁਲਿਸ ਦੇ ਅਧਿਕਾਰੀ 5-5 ਸਾਲ ਹੋ ਗਏ ਇੱਥੇ ਲੱਗੇ ਆ। ਇੱਕ ਇੱਥੇ ਦੇ ਉਹ ਹੈਗਾ ਪੀਟੀ ਪਤਾ ਕਿਹੜਾ ਨਾਮ ਉਹਦਾ ਨਾਮ, ਉਹ ਮੈਨੂੰ ਲੱਗਦਾ ਇੱਥੋਂ ਦੇ ਫਾਈਨੈਂਸ ਮਿਨਿਸਟਰ ਦਾ ਪਹਿਲੇ PA ਵੀ ਰਿਹਾ, ਗਨਮੈਨ ਵੀ ਰਿਹਾ, SHO ਵੀ ਰਿਹਾ, ਸਾਰਾ ਕੁਝ ਹੀ ਹੈ। ਜਿਹਨੂੰ ਕਹਿੰਦੇ ਆ ਝੂਠਾ ਪਰਚਾ ਨਾਲ ਦੇ ਨਾਲ ਬਗੈਰ ਦੇਖੇ ਸਮਝੇ। VOTING ਵਾਲੇ ਦਿਨ ਕੋਈ ਐਕਸਟਰਾ ਸੋ ਜਿਹੜੇ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਕਲੀਅਰਲੀ ਇਲੈਕਸ਼ਨ ਕਮਿਸ਼ਨ ਨੂੰ ਐਕਸ਼ਨ ਲੈ ਕੇ ਘੱਟ ਤੋਂ ਘੱਟ ਜਿਹੜੇ ਅਫਸਰ ਦਾ ਲਿੰਕ ਓਪਨਲੀ ਕਾਂਗਰਸ ਨਾਲ ਹੈ, ਦੇ ਸ਼ੁੱਡ ਨਾਟ ਬੀ ਪਾਰਟ ਆਫ ਦ ਇਲੈਕਸ਼ਨ ਕਮਿਸ਼ਨ। 26 ਬਿੱਲਾਂ ਨੂੰ ਲੈ ਕੇ ਜਿਹੜਾ ਹੈਗਾ ਆਪਣਾ ਕੇਂਦਰ ਸਰਕਾਰ ਨੇ ਆਪਣੀ 1.5 ਸਾਲ ਦੀ ਪ੍ਰਪੋਜ਼ਲ ਦਿੱਤੀ ਹੈ, ਕਿਹੜੀ? ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਮੈਂ ਤਾਂ ਮੈਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਕਰ ਰਹੀ ਹਾਂ, ਮੈਂ ਉਹਦੇ ਵਿੱਚ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਲੀਡ ਕਰ ਰਹੇ ਆ। ਸੋ ਜਿਹੜਾ ਬੰਦਾ ਲੀਡ ਕਰਦਾ ਹੋਏ, ਪਰ ਇੱਕ ਸ਼ੋਰ ਹੈ ਕਿ ਜੋ ਕਿਸਾਨ ਦੇ ਜੋ ਆਪਣਾ ਹੈਗਾ ਪਰੇਡ ਵਿੱਚ ਸਾਡੇ ਸਾਰੇ ਵਰਕਰ ਪਾਰਟਿਸਿਪੇਟ ਕਰ ਰਹੇ। ਸੁਖਬੀਰ ਜੀ, ਮੈਂ ਸਾਰੇ ਵਰਕਰਾਂ ਦੀ ਡਿਊਟੀ ਲਾਈ ਹੈ ਕਿ ਉਹ ਪੀਸਫੁਲ ਪਰੇਡ 26 ਜਨਵਰੀ ਕਰ। ਪੰਜਾਬ ਵਾਇਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਾਜਨ ਗੁਸਾਈ। ਪੰਜਾਬ ਦੀ ਜੇ ਗੱਲ ਕੀਤੀ ਜਾਵੇ, ਪਿਛਲੇ 2 ਦਹਾਕਿਆਂ ਤੋਂ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵਿੱਚ ਜਾਣ ਦੀ ਉਹਨਾਂ ਦੇ ਵਿੱਚ ਹੋੜ ਲੱਗੀ ਹੋਈ ਹੈ। ਜਿੰਨੀ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਹੋੜ ਲੱਗੀ ਹੈ, ਉਨੀ ਇਮੀਗ੍ਰੇਸ਼ਨ ਜਿਹੜੇ ਸੈਂਟਰ ਨੇ ਉਹਨਾਂ ਦੀ ਵੀ ਹੋੜ ਇੱਥੇ ਦੇਖਣ ਨੂੰ ਮਿਲ ਰਹੀ ਹੈ। ਆਏ ਦਿਨ ਹਰ ਸ਼ਹਿਰ ਦੇ ਵਿੱਚ, ਹਰ ਕਸਬੇ ਦੇ ਵਿੱਚ ਇਮੀਗ੍ਰੇਸ਼ਨ ਦੇ ਆਫਿਸ ਜਿਹੜੇ ਨੇ ਉਹ ਖੁੱਲ੍ਹਦੇ ਰਹਿੰਦੇ ਨੇ। ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਗੋਰਸੀ ਲਾਅ ਫਰਮ 'ਤੇ, ਜਿੱਥੇ ਗੋਰਸੀ ਲਾਅ ਫਰਮ ਇਮੀਗ੍ਰੇਸ਼ਨ ਸੈਂਟਰ ਵੀ ਉਹਨਾਂ ਨੇ ਖੋਲ੍ਹਿਆ। ਕੀ ਵੱਖ ਹੈ, ਕਿਉਂ ਬਾਕੀ ਇਮੀਗ੍ਰੇਸ਼ਨ ਸੈਂਟਰਾਂ ਨਾਲੋਂ ਇਹਨਾਂ ਦੀ ਵੱਖਰਾ ਕੀ ਹੈ, ਇਹਨਾਂ ਕੋਲ ਲੋਕਾਂ ਨੂੰ ਆ ਕੇ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ, ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਚਰਨਜੀਤ ਕੌਰ ਗੋਰਸੀ। ਮੈਡਮ, ਪੰਜਾਬ ਵਾਇਰ ਨਿਊਜ਼ 'ਤੇ ਤੁਹਾਡਾ ਸਵਾਗਤ। ਥੈਂਕ ਯੂ ਮੈਮ, ਹਰ ਸ਼ਹਿਰ, ਹਰ ਕਸਬੇ ਦੇ ਵਿੱਚ ਇਮੀਗ੍ਰੇਸ਼ਨ ਦੇ ਸੈਂਟਰ ਖੁੱਲ੍ਹੇ ਨੇ। ਹਰ ਕੋਈ ਕਹਿੰਦਾ ਕਿ ਮੇਰੇ ਕੋਲ ਆਓ, ਸਰ ਨੂੰ ਵਧੀਆ ਸੁਵਿਧਾ ਦੇਵਾਂਗਾ, ਸਰ ਨੂੰ ਵਧੀਆ ਤੁਹਾਡੇ ਵੀਜ਼ੇ ਲਵਾਵਾਂਗਾ, ਜ਼ਿਆਦਾ ਤੋਂ ਜ਼ਿਆਦਾ ਵੀਜ਼ੇ ਅਸੀਂ ਲਾਉਂਦੇ ਹਾਂ। ਤੁਹਾਡੀ ਫਰਮ ਵੱਖਰੀ ਕਿਉਂ ਹੈ? ਤੁਹਾਡੇ ਕੋਲ ਕਿਉਂ ਲੋਕੀ ਆਉਣ, ਕਿਉਂ ਆ ਕੇ ਨੌਜਵਾਨ ਤੁਹਾਡੇ ਤੇ ਭਰੋਸਾ ਕਰਨ? ਕੀ ਕਾਰਨ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਜੋ ਵੀ ਕੰਮ ਕਰਾਂਗੇ ਲੀਗਲਾਈਜ਼ ਕਰਾਂਗੇ। ਦੂਸਰਾ ਵੱਡਾ ਕਾਰਨ ਹੈਗਾ ਕਿ ਜੋ ਜੈਨੂਇਨਟੀ ਦਿਖਾਈ ਜਾਏਗੀ ਉਹੀ ਅਸੀਂ ਬੋਲਾਂਗੇ। ਹੁਣ ਜਿਸ ਤਰ੍ਹਾਂ ਕਹਿ ਦਿੰਦੇ ਕਿ 100% ਵੀਜ਼ਾ ਅਸ਼ੋਰੈਂਸ ਹੈਗੀ ਹੈ, ਤੁਹਾਡਾ ਵੀਜ਼ਾ ਲੱਗੇਗਾ। ਦੇਖੋ, ਸਾਡੇ ਕੋਲ ਜਦੋਂ ਵੀ ਕੋਈ ਕਲਾਇੰਟ ਆਉਂਦਾ ਹੈਗਾ, ਅਸੀਂ ਉਹਨੂੰ ਅਸ਼ੋਰੈਂਸ ਉਹਦੀ ਫਾਈਲ ਵੇਖ ਕੇ, ਉਹਦਾ ਪ੍ਰੋਫਾਈਲ ਵੇਖ ਕੇ ਹੀ ਤੈਅ ਕਰਦੇ ਹੈਗੇ। ਇਹ ਨਹੀਂ ਕਿ ਅਸੀਂ ਉਹਨੂੰ ਕਹਿ ਦਈਏ ਕਿ ਹਾਂਜੀ ਵੀ ਤੁਹਾਡਾ 100% ਲੱਗੇਗਾ। ਹਰ ਇੱਕ ਵੀਜ਼ਾ ਐਪਲੀਕੇਸ਼ਨ ਦੇ ਪਿੱਛੇ ਕੁਛ ਨਾ ਕੁਛ ਪ੍ਰੋਨਸ ਐਂਡ ਕੌਨਸ ਹੁੰਦੇ ਹੀ ਹੈਗੇ ਆ, ਅਤੇ ਉਹ ਚੀਜ਼ਾਂ ਅਸੀਂ ਆਪਣੇ ਕਲਾਇੰਟ ਨੂੰ ਹਮੇਸ਼ਾ ਸਮਝਾਈਆਂ ਕਿ ਅਸੀਂ ਆਪਣੇ ਵੱਲੋਂ 100% ਜ਼ਰੂਰ ਦੇਵਾਂਗੇ, ਬਟ ਤੁਸੀਂ ਇਹ ਲੈ ਕੇ ਚੱਲੋ ਕਿ 95% ਤੁਹਾਡੀ ਸਕਸੈਸ ਰੇਟ ਹੈਗਾ, ਕਿਤੇ ਨਾ ਕਿਤੇ 5% ਅਸੀਂ ਤੁਹਾਡਾ ਫੇਲੀਅਰ ਰੇਸ਼ੀਓ ਵੀ ਤੈਅ ਕਰਦੇ ਹੈਗੇ ਹਾਂ। ਕਿਉਂਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਕਿਸੇ ਦੇ ਕੋਈ ਕੰਟੈਕਟਸ ਨਹੀਂ ਹੁੰਦੇ ਜਿਹੜਾ ਕਿ ਤੁਸੀਂ ਠੱਪਾ ਲਗਾ ਦਿਓ ਅਤੇ ਕਹਿ ਦਿਓ ਕਿ 100% ਤੁਹਾਡਾ ਵੀਜ਼ਾ ਅਸ਼ੋਰੈਂਸ ਹੈ। ਦੈਟ ਇਜ਼ ਅ ਫੇਕ ਪ੍ਰੋਮਿਸ, ਅਤੇ ਫੇਕ ਪ੍ਰੋਮਿਸਿਸ ਦੇ ਉੱਪਰ ਗੋਰਸੀ ਲਾਅ ਫਰਮ ਇਮੀਗ੍ਰੇਸ਼ਨ ਕੰਮ ਨਹੀਂ ਕਰਦੀ ਹੈਗੀ। ਹੋਰ ਚੀਜ਼ ਆਤੀ ਹੈ, ਫੀਸ ਜਿਹੜੀ ਲਿੱਤੀ ਜਾਏਗੀ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਉਹ ਕੀ ਹੈ? ਕਿ ਪਹਿਲੋਂ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ ਜਾਂ ਕੀ ਉਹ ਚੱਕਰ ਕੀ ਹੈ? ਉਹ ਕਿਉਂਕਿ ਹਰ ਕੋਈ ਜਿਹੜਾ ਵੀ ਮੈਂ ਕਈ ਐਡਵਰਟਾਈਜ਼ਮੈਂਟ ਵੀ ਵੇਖਦਾ, ਉਹ ਇਹੀ ਕਹਿੰਦੇ ਆ ਫੀਸ ਜਿਹੜੀ ਹੈ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਉਹ ਕੀ ਚੱਕਰ ਹੈਗਾ? ਉਹ ਕਿਉਂ ਲੋਕਾਂ ਨੂੰ ਸਿਰਫ ਭਰਮਾਉਣ ਵਾਸਤੇ ਹੀ ਹੈ ਕਿ ਇੱਕ ਕਸਟਮਰ ਆ ਜਾਏ ਉਸ ਤੋਂ ਬਾਅਦ ਵੇਖਾਂਗੇ ਕੀ ਹੋਏਗਾ ਉਹਦਾ? ਮੈਂ ਤੁਹਾਨੂੰ ਦੱਸ ਦਿੰਦੀ। ਐਕਚੁਅਲ 'ਚ ਕੀ ਹੁੰਦਾ ਹੈ ਕਿ ਜਿਹੜੀ ਕਾਲਜ ਇਹ ਹੁੰਦੇ ਸਟੂਡੈਂਟ ਵੀਜ਼ਾਸ ਦੇ, ਅਤੇ ਜਿਸ ਤਰ੍ਹਾਂ ਹੁਣ LMIAs ਜਿਹਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵੀ ਕਿਹਾ ਜਾਂਦਾ ਹੈਗਾ ਫॉर ਕੈਨੇਡਾ। ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜੋ ਫੀਸਸ ਹੁੰਦੀਆਂ ਹੈਗੀਆਂ ਵਾ, ਸਪੈਸ਼ਲੀ ਮੈਂ ਤੁਹਾਨੂੰ ਸਟੱਡੀ ਪਰਮਿਟ ਦਾ ਪਹਿਲਾਂ ਦੱਸਦੀ ਹੈਗੀ ਹਾਂ। ਜਿਸ ਤਰ੍ਹਾਂ ਹੁਣ ਅਸੀਂ ਕੈਨੇਡਾ ਕਹਿ ਦਿੰਦੇ ਹੈਗੇ ਕਿ ਜੋ ਵੀ ਫੀਸ ਲਵਾਂਗੇ ਆਫਟਰ ਵੀਜ਼ਾ ਲਵਾਂਗੇ, ਜਾਂ ਆਸਟ੍ਰੇਲੀਆ ਕਹਿ ਦਿਓ ਕਿ ਜੋ ਵੀ ਫੀਸ ਲਵਾਂਗੇ ਆਫਟਰ ਵੀਜ਼ਾ ਲਵਾਂਗੇ। ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਪਹਿਲੇ ਜਿਸ ਤਰ੍ਹਾਂ ਹੁਣ ਮੈਂ ਹੀ ਕਹਿ ਦੇਵਾਂ ਕਿ ਮੈਂ ਸਾਰੇ ਪੈਸੇ ਆਫਟਰ ਵੀਜ਼ਾ ਲਊਂਗੀ। ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਪਹਿਲੇ ਤਾਂ ਮੈਂ ਕਾਲਜ ਜਾਂ ਯੂਨੀਵਰਸਿਟੀ ਦੀ ਫੀਸ ਭਰੂੰਗੀ,
ਠੀਕ ਹੈ। ਫਿਰ ਬੱਚੇ ਦਾ ਜਿਹੜਾ ਮੈਡੀਕਲ ਜਾਂ ਐਮਬੈਸੀ ਫੀਸਿਸ ਹੈ ਆਪਣੇ ਵੱਲੋਂ ਕਰਾਂਗੀ। ਇਟਸ ਕਾਈਂਡ ਆਫ ਇਨਵੈਸਟਮੈਂਟ ਫਰੋਮ ਦ ਏਜੰਟ ਔਰ ਦ ਇਮੀਗ੍ਰੇਸ਼ਨ ਲਾਇਰ ਫਰੋਮ ਹਿਮਸੈਲਫ ਔਰ ਹਰਸੈਲਫ, ਠੀਕ ਹੈ। ਵੀਜ਼ਾ ਲੱਗ ਜਾਏ ਦੈਟ ਇਜ਼ ਗੁੱਡ, ਜੇ ਨਹੀਂ ਲੱਗੇਗੀ ਦੈਟ ਆਲ ਦ ਰਿਸਕ ਇਜ਼ ਐਟ ਦ ਹੈਡ ਆਫ ਦ ਏਜੰਟ। ਇਹ ਚੀਜ਼ਾਂ ਹੁੰਦੀਆਂ ਹੈਗੀਆਂ। ਇੱਕ ਹੋਰ ਚੀਜ਼ ਹੈ, ਇੱਥੋਂ ਲੋਕ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਨਿਊਜ਼ੀਲੈਂਡ ਟੂਰਿਸਟ ਵੀਜ਼ਾ 'ਤੇ ਜਾਂਦੇ ਨੇ, ਲੇਕਿਨ ਉੱਥੇ ਜਾ ਕੇ ਉਹ ਪੰਜਾਬੀ ਭਾਸ਼ਾ ਕਹਿੰਦਾ ਕਬੂਤਰ ਹੋ ਜਾਂਦੇ। ਉਹਨਾਂ ਲੋਕਾਂ ਵਾਸਤੇ ਕੀ ਸੁਜੈਸ਼ਨ ਹੈ, ਕਿਉਂ ਜਾਣਾ ਤੇ ਉਹਨਾਂ ਨੇ ਕੰਮ ਕਰਨੀ ਹੈ ਉੱਥੇ, ਉਹਨਾਂ ਵਾਸਤੇ ਤੁਹਾਡੇ ਕੋਲ ਕੀ ਸਰਵਿਸ ਹੈਗੀ ਹੈ ਜਿਹਦੇ ਕਾਰਨ ਉਹ ਕਬੂਤਰ ਵੀ ਨਾ ਹੋਣ, ਟੂਰਿਸਟ ਵੀਜ਼ਾ ਨਾ ਲਗਵਾਇਆ ਤੇ ਸਿੱਧਾ ਹੀ ਵਰਕ ਪਰਮਿਟ ਉਹਨਾਂ ਨੂੰ ਮਿਲ ਜਾਵੇ? ਤੁਹਾਡੀ ਫਰਮ ਕੀ ਉਹਨਾਂ ਨੂੰ ਸੁਵਿਧਾ ਦੇ ਰਹੀ? ਦੇਖੋ, ਜਿਸ ਤਰ੍ਹਾਂ ਹੁਣ ਕੈਨੇਡਾ ਦਾ ਅਸੀਂ ਪਹਿਲੇ ਗੱਲ ਕਰਦੇ ਹੈਗੇ, ਕੈਨੇਡਾ ਦੇ ਵਿੱਚ ਇੱਕ ਸੀ ਕੈਟਾਗਰੀ ਦੀ ਜੌਬ ਫੈਸਿਲਿਟੀਜ਼ ਉੱਥੇ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲੀਆਂ ਹੈਗੀਆਂ, ਹੋਰ 'ਚ ਹੈਗੀ ਹੈ। ਸੀ ਕੈਟਾਗਰੀ ਦੇ ਵਿੱਚ ਆ ਜਾਂਦੀ ਹੈ ਲੇਬਰ ਕਲਾਸ, ਹੈਲਪਰ ਹੋ ਗਿਆ, ਫਾਰਮਰਸ ਹੋ ਗਏ ਐਂਡ ਸਮਥਿੰਗ ਲਾਈਕ ਦੈਟ। ਇਹਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਕਿ ਉਹਦੇ ਵਿੱਚ ਕਿਸੇ ਫੀਲਡ ਦੇ ਵਿੱਚ ਆਈਲਸ ਦੀ ਰਿਕੁਆਇਰਮੈਂਟ ਹੁੰਦੀ ਹੈ, ਕਿਸੇ ਦੇ ਵਿੱਚ ਨਹੀਂ ਹੁੰਦੀ। ਜੇ ਤੁਸੀਂ ਕਿਸੇ ਵੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਮਾਹਿਰ ਹੈਗੇ ਹੋ, ਤੁਸੀਂ ਆਪਣਾ ਉਹ ਐਕਸਪੀਰੀਅੰਸ ਜੈਨੂਇਨ ਲੈ ਕੇ ਆਓ ਕਿ ਕਿੰਨੀ ਦੇਰ ਦਾ ਤੁਸੀਂ ਕੰਮ ਕੀਤਾ ਹੈਗਾ, ਤੁਹਾਡਾ ਇੱਕ ਫਰੈਸ਼ ਪਾਸਪੋਰਟ ਹੋਵੇ। ਦੂਸਰੀ ਗੱਲ ਇਹ ਹੈਗੀ ਹੈ ਕਿ ਜੋ ਵੀ ਕੰਮ ਤੁਸੀਂ ਕਰਦੇ ਹੋ ਜੈਨੂਇਨਲੀ ਜਿਹਦੇ ਕੋਲ ਤੁਸੀਂ ਲਗਵਾਉਣਾ ਹੈਗਾ ਉਹਨੂੰ ਜੈਨੂਇਨਲੀ ਆਪਣੀ ਸਾਰੀ ਰਿਕੁਆਇਰਮੈਂਟਸ ਦੱਸੋ। ਇੰਸਟੈਡ ਆਫ ਗੋਇੰਗ ਔਨ ਟੂਰਿਸਟ ਬੇਸਿਸ ਅਤੇ ਉੱਥੇ ਰੈਫਿਊਜੀ ਬਣ ਜਾਓ ਤੁਸੀਂ, ਮਤਲਬ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਬੂਤਰ ਬਣ ਜਾਂਦੇ ਹੈਗੇ। ਇਹ ਕੰਮ ਕਰਨ ਦੀ ਬਜਾਏ ਜੇ ਤੁਸੀਂ ਇੱਥੋਂ ਹੀ ਆਪਣਾ ਅਪਲਾਈ ਕਰੋ ਮੱਚ ਬੈਟਰ ਹੋਏਗਾ। ਇੱਕ ਛੋਟਾ ਜਿਹਾ ਇੰਟਰਵਿਊ ਹੋਏਗਾ, ਇੰਟਰਵਿਊ ਕਲੀਅਰ ਹੋਏਗਾ ਅਤੇ ਬਾਅਦ 'ਚ ਤੁਹਾਡੀ LMI ਜਾਂ ਵਰਕ ਪਰਮਿਟ ਲੱਗੇਗਾ। ਬਾਈ ਚਾਂਸ ਜੇ ਤੁਸੀਂ ਟੂਰਿਸਟ ਵੀਜ਼ਾ 'ਤੇ ਉੱਥੇ ਚਲੇ ਗਏ ਹੈਗੇ, ਤੁਹਾਡਾ ਮਨ ਉੱਥੇ ਬਦਲ ਗਿਆ ਕਿ ਮੈਂ ਹੁਣ ਵਾਪਸ ਨਹੀਂ ਜਾਣਾ ਹੈਗਾ, ਤੁਸੀਂ ਉੱਥੇ ਆਪਣਾ ਟੂਰਿਸਟ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਸਕਦੇ ਹੋ। ਹੁਣ ਇਸੇ ਚੀਜ਼ ਦੀ ਨੌਲੇਜ ਨਾ ਹੋਣ ਕਰਕੇ ਲੋਕਾਂ ਨੂੰ ਬੜੀ ਹੀ ਜ਼ਿਆਦਾ ਮੁਸ਼ਕਿਲਾਂ ਦਾ ਉੱਥੇ ਸਾਹਮਣਾ ਕਰਨਾ ਪੈਂਦਾ ਹੈ। ਜੇ ਰੈਫਿਊਜੀ ਹੋ ਜਾਂਦੇ ਉੱਥੇ, ਉਹ ਵਾਪਸ ਆਪਣੇ ਮੁਲਕ ਨਹੀਂ ਆ ਸਕਦੇ, ਆਪਣੀ ਫੈਮਿਲੀ ਨੂੰ ਨਹੀਂ ਮਿਲ ਸਕਦੇ, ਨਾ ਉਹਨਾਂ ਦਾ ਮਤਲਬ ਇੱਕ ਤਰ੍ਹਾਂ ਦਾ ਕੱਟ ਆਫ ਹੀ ਹੋ ਜਾਂਦਾ ਹੈਗਾ। ਇੰਸਟੈਡ ਆਫ ਟੇਕਿੰਗ ਸੱਚ ਕਾਈਂਡ ਆਫ ਰਿਸਕ, ਮੈਂ ਤਾਂ ਇਹੀ ਸੁਜੈਸਟ ਕਰੂੰਗੀ ਕਿ ਜੋ ਵੀ ਕਰਨਾ ਤੁਸੀਂ ਲੀਗਲਾਈਜ਼ ਵੇ ਨਾ ਕਰੋ। ਈਦਰ ਇੱਥੋਂ ਤੁਸੀਂ ਵਰਕ ਬੇਸਿਸ 'ਤੇ ਜਾਓ ਜਾਂ ਫਿਰ ਉੱਥੇ ਜੇ ਤੁਹਾਡਾ ਟੂਰਿਸਟ ਬੇਸਿਸ ਹੈਗਾ ਵਾ, ਤੁਸੀਂ ਟੂਰਿਸਟ ਬੇਸਿਸ 'ਤੇ ਗਏ ਤਾਂ ਉੱਥੇ ਜਾ ਕੇ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਨਾਲ ਕੰਸਲਟ ਕਰਕੇ ਤੁਸੀਂ ਆਪਣਾ ਵਰਕ ਵੀਜ਼ਾ ਜਿਹੜਾ ਹੈਗਾ ਉਹ 'ਚ ਕਨਵਰਟ ਕਰਵਾਓ। ਹੋਰ ਅੱਜ ਕੱਲ੍ਹ ਬੜੀ ਆ ਰਹੀ ਵਿਦਆਊਟ ਆਈਲੈਟਸ ਤੁਸੀਂ ਚਲੇ ਜਾਓ, ਤੁਹਾਨੂੰ ਵੀਜ਼ਾ 100% ਸਕਸੈਸ ਰੇਟ ਹੈ, ਤੁਹਾਨੂੰ ਵੀਜ਼ਾ ਮਿਲੇਗਾ। ਉਹ ਕੀ ਹੈ, ਕਿਆ ਉਹਦੇ ਵਿੱਚ ਹੈ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਕਿ ਵਿਦਆਊਟ ਆਈਲੈਟਸ ਵੀ ਜਾ ਸਕਦੇ? ਹਾਂਜੀ, ਐਕਚੁਅਲੀ ਇਹ ਨਾ ਪ੍ਰੋਪਰਲੀ ਕਈ ਲੋਕ ਨਹੀਂ ਇਸ ਨੂੰ ਡਿਸਕਲੋਜ਼ ਕਰਦੇ ਹੈਗੇ। ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਹੁਣ ਵਿਦਆਊਟ ਆਈਲੈਟਸ ਦਾ ਬੇਸਿਕ ਮੋਟਿਵ ਇਹੀ ਹੁੰਦਾ ਕਿ ਕਈ ਯੂਨੀਵਰਸਿਟੀ ਕਾਲਜ ਦੇ ਵਿੱਚ ਇਹ ਨਾ ਆਫਰਸ ਆਈਆਂ ਹੁੰਦੀਆਂ, ਇਫ ਯੂ ਆਰ ਸਕੋਰਿੰਗ ਕਿ 70 ਤੋਂ 75% ਤੁਹਾਡੇ ਇੰਗਲਿਸ਼ 'ਚ ਸਕੋਰ ਹੈਗੀ ਹੈ ਅਤੇ ਤੁਸੀਂ ਵਿਦਆਊਟ ਆਈਲਸ ਵੀ ਉੱਥੇ ਅਪਲਾਈ ਕਰ ਸਕਦੇ ਹੋ। ਬਟ ਉਹਦੇ ਵਾਸਤੇ ਕੁਝ ਸਰਟਨ ਕਾਲਜ ਯੂਨੀਵਰਸਿਟੀਜ਼ ਦੀਆਂ ਹੋਰ ਵੀ ਕੰਡੀਸ਼ਨਸ ਹੁੰਦੀਆਂ ਹੈਗੀਆਂ ਵਾ, ਜਿਹੜੇ ਕਿ ਲੋਕਾਂ ਨੂੰ ਪਹਿਲੇ ਦੱਸੀਆਂ ਨਹੀਂ ਜਾਂਦੀਆਂ ਹੈਗੀਆਂ, ਜਿਹਦੇ ਕਰਕੇ ਅੱਗੇ ਜਾ ਕੇ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ। UK ਦੇ ਵਿੱਚ ਵਿਦਆਊਟ ਆਇਲਸ ਦੀ ਇੱਕ ਹੋੜ ਲੱਗੀ ਹੋਈ ਸੀ ਪਿੱਛੇ ਜਿਹੇ, ਵਿਦਆਊਟ ਆਇਲਟਸ ਸਟੱਡੀ ਬੇਸਿਸ ਤੁਸੀਂ ਜਾ ਸਕਦੇ ਹੈਗੇ ਅਤੇ ਉਹ ਲੀਗਲਾਈਜ਼ ਵੀ ਹੈਗਾ ਸੀ। ਬਟ ਹੁਣ ਜੇ ਵਿਦਆਊਟ ਆਇਲਟਸ ਕਈ ਯੂਨੀਵਰਸਿਟੀ ਕਾਲਜ ਦੇ ਕਈ ਦੇ ਵੀ ਦਿੰਦੇ ਹੈਗੇ ਆ, ਔਨ ਸ਼ੋਰ ਜਦੋਂ ਤੁਸੀਂ ਪਹੁੰਚਦੇ ਹੈਗੇ ਏਅਰਪੋਰਟ 'ਤੇ, ਉੱਥੇ ਕੀ ਹੁੰਦਾ ਤੁਹਾਡਾ ਇੰਟਰਵਿਊ ਹੁੰਦਾ। ਇੰਟਰਵਿਊ ਦੇ ਲੈਂਦੇ ਹੈਗੇ, ਜੇ ਸਟੂਡੈਂਟ ਕੈਪੇਬਲ ਹੀ ਨਹੀਂ ਹੈਗਾ ਇੰਗਲਿਸ਼ ਬੋਲਣ ਵਾਸਤੇ, ਉਹਨੂੰ ਉਸੇ ਵਕਤ ਡਿਪੋਰਟ ਉੱਥੋਂ ਹੀ ਕਰ ਦਿੰਦੇ ਹੈਗੇ। ਇਸ ਕਰਕੇ ਇਹ ਮੰਨਣਾ ਕਿ ਅਸੀਂ ਵਿਦਆਊਟ ਆਈਲੈਟਸ ਉੱਥੋਂ ਪਹੁੰਚ ਜਾਈਏ ਅਤੇ ਸਾਡਾ ਸਭ ਕੁਝ ਸਕਸੈਸ ਹੈਗਾ ਵਾ, ਸਾਡਾ ਵੀਜ਼ਾ ਵੀ ਆ ਗਿਆ, ਦੈਟ ਇਜ਼ ਰੋਂਗ। ਅਨਲੈਸ ਐਂਡ ਅੰਟਿਲ ਤੁਹਾਡੇ ਕੋਲ ਇੰਗਲਿਸ਼ ਬੋਲਣ ਦੀ ਕੈਪੇਬਿਲਿਟੀ ਨਹੀਂ ਹੈਗੀ ਹੈ, ਤੁਸੀਂ ਇਹ ਭੁੱਲ ਜਾਓ ਕਿ ਜੇ ਤੁਸੀਂ ਵਿਦਆਊਟ ਆਈਲੈਟਸ ਵੀ ਉੱਥੇ ਚਲੇ ਗਏ ਤੁਸੀਂ ਵਾਪਸ ਨਹੀਂ ਆਓਗੇ, ਤੁਹਾਡਾ ਪੱਕਾ ਹੋ ਗਿਆ ਉੱਥੇ ਕੰਮ। ਤੁਸੀਂ ਵੀਜ਼ਾ ਦਵਾਉਂਦੇ ਹੋ ਕਿਸੇ ਨੂੰ ਪ੍ਰੋਪਰ ਵੇ ਦੇ ਨਾਲ, ਉੱਥੇ ਜਾ ਕੇ ਕੋਈ ਲੀਗੈਲਿਟੀ 'ਚ ਫਸ ਜਾਂਦਾ, ਕੋਈ ਕਿਸੇ ਤਰ੍ਹਾਂ ਦੀ ਉਹਨੂੰ ਕਾਨੂੰਨੀ ਰਾਏ ਜੇ ਚਾਹੀਦੀ ਹੁੰਦੀ ਹੈ, ਉਹਦੇ ਵਾਸਤੇ ਤੁਹਾਡੀ ਸਰਵਿਸਿਜ਼ ਹੈਗੀਆਂ, ਚਾਹੇ ਇੰਗਲੈਂਡ ਹੈ ਜਾਂ ਕੈਨੇਡਾ ਜਾਂ ਆਸਟ੍ਰੇਲੀਆ, ਉੱਥੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਲੀਗਲ ਐਡਵਾਈਸ ਦੀ ਲੋੜ ਹੁੰਦੀ ਜਾਂ ਲੀਗਲ ਉਹਨੂੰ ਐਡਵੋਕੇਟ ਦੀ ਲੋੜ ਪੈ ਜਾਵੇ, ਅਤੇ ਉਸ ਵਾਸਤੇ ਕੀ ਸਰਵਿਸਿਜ਼ ਨੇ ਤੁਹਾਡੀ? ਦੇਖੋ, ਇੱਕ ਕੈਨੇਡਾ ਦੇ ਵਿੱਚ ਮੈਂ ਓਨਟਾਰੀਓ ਦੇ ਵਿੱਚ ਸਾਡਾ ਆਫਿਸ ਹੈਗਾ ਵਾ, ਸਾਡੀ ਲੀਗਲ ਟੀਮ ਇੱਕ ਕੈਨੇਡਾ ਦੇ ਵਿੱਚ ਹੈਗੀ ਹੈ, ਇੱਕ ਲੀਗਲ ਟੀਮ ਸਾਡੀ ਆਸਟ੍ਰੇਲੀਆ ਮੈਲਬਨ ਦੇ ਵਿੱਚ ਹੈਗੀ ਹੈ। ਆਫਿਸ ਹੈ ਪ੍ਰੋਪਰ ਉੱਥੇ, ਤੁਸੀਂ ਬੇਸ਼ੱਕ ਉਹਨਾਂ ਦਾ ਜੇ ਸਪੋਜ਼ ਕਰੋ ਮੇਰਾ ਕੋਈ ਕਲਾਇੰਟ ਇੱਥੋਂ ਗਿਆ ਹੈਗਾ, ਉਹਨੂੰ ਕੋਈ ਲੀਗੈਲਿਟੀ ਪ੍ਰੋਬਲਮ ਆ ਜਾਂਦੀ ਹੈਗੀ, ਉਹ ਫੇਸ ਕਰਦਾ ਹੈਗਾ, ਹੀ ਡਾਇਰੈਕਟਲੀ ਕੰਟੈਕਟਸ ਮੀ, ਮੈਂ ਉਹਨੂੰ ਪੂਰਾ ਉੱਥੇ ਦਾ ਐਡਰੈਸ ਦੂੰਗੀ, ਉੱਥੋਂ ਦਾ ਨੰਬਰ ਦੂੰਗੀ ਅਤੇ ਆਪਣੀ ਟੀਮ ਨੂੰ ਕਹੂੰਗੀ ਕਿ ਦੈਟ ਸੱਚ ਐਂਡ ਸੱਚ ਪਰਸਨ ਤੁਹਾਨੂੰ ਕੰਟੈਕਟ ਕਰੇਗਾ ਅਤੇ ਇਹਦੀ ਪਲੀਜ਼ ਹੈਲਪ ਕਰ ਦਿਓ।
ਹਾਂ। ਮਤਲਬ ਕਿ ਕਿਹਾ ਜਾ ਸਕਦਾ ਕਿ ਜੇ ਤੁਹਾਡੇ ਥਰੂ ਕੋਈ ਜਾਂਦਾ ਤੇ ਉਹਨੂੰ ਜੇ ਬਾਹਰ ਕਿਸੇ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਚਾਹੀਦੀ ਤੇ ਉਹਨੂੰ ਮਿਲੇਗੀ। ਤੇ ਸਿਰਫ ਅਜੇ 2 ਕੰਟਰੀਜ਼ 'ਚ ਹੀ ਹੈ ਕਿ ਹੋਰ ਵੀ ਅੱਗੋਂ ਪਲਾਨ ਆ ਕਿ ਬਾਕੀ ਜਿੱਥੇ ਜਿੱਥੇ ਤੁਸੀਂ ਭੇਜਦੇ ਹੋ ਜਾਂ ਵੀਜ਼ਾ ਲਵਾਉਂਦੇ ਉੱਥੇ ਵੀ ਇਸ ਤਰ੍ਹਾਂ ਦੀ ਸਰਵਿਸ ਜਿਹੜੀ ਹੈ ਲੋਕਾਂ ਨੂੰ ਮਿਲੇਗੀ? ਦੇਖੋ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਮਤਲਬ ਦੋਨੋਂ ਇੱਕ ਹੀ ਤਰ੍ਹਾਂ ਦਾ ਹੈ, ਮਤਲਬ ਜ਼ਿਆਦਾ ਡਿਫਰੈਂਸ ਨਹੀਂ ਹੈਗੇ ਉਹਨਾਂ ਦੇ ਵਿੱਚ। ਇਸ ਕਰਕੇ ਕੋਈ ਵੀ ਮੈਟਰ ਨਿਊਜ਼ੀਲੈਂਡ ਦੇ ਵਿੱਚ ਹੋਵੇ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ ਉਹ ਅਸੀਂ ਡੀਲ ਕਰ ਲੈਂਦੇ ਹੈਗੇ ਹਾਂ। ਕੈਨੇਡਾ ਦੇ ਵਿੱਚ ਕੋਈ ਲੀਗਲ ਪ੍ਰੋਬਲਮ ਹੋਵੇ ਉਹਨੂੰ ਵੀ ਅਸੀਂ ਕਰ ਸਕਦੇ ਹੈਗੇ ਹਾਂ। ਯੂਕੇ ਦਾ ਹਜੇ ਅਸੀਂ ਡਿਊ ਟੂ ਕੋਰੋਨਾ ਥੋੜ੍ਹਾ ਰੁਕੇ ਹੋਏ ਹਾਂ, ਲੇਕਿਨ ਉੱਥੇ ਵੀ ਅਸੀਂ ਆਪਣੀ ਲੀਗਲ ਟੀਮ ਬਣਾਉਣੀ ਹੈਗੀ ਹੈ। ਤੁਹਾਡੇ ਕੋਲ ਇਸ ਤਰ੍ਹਾਂ ਦੇ ਵੀ ਲੋਕ ਆਉਂਦੇ ਹੋਣਗੇ, ਜਿਵੇਂ ਤੁਸੀਂ ਕਿਹਾ ਕਿ 95% ਦੀ ਅਸੀਂ ਕਹਿੰਦੇ ਹਾਂ, ਪਰ ਕੁਝ ਐਸੇ ਵੀ ਲੋਕ ਆਉਂਦੇ ਹੋਣਗੇ ਕਿਉਂਕਿ ਹੋੜ ਹੈਗੀ ਆ ਲੋਕਾਂ ਨੂੰ ਬਾਹਰ ਜਾਣਾ। ਯਾਰ ਪੰਜਾਬ ਛੱਡ ਕੇ ਤੇ ਕੁਛ ਨਹੀਂ ਗਾ, ਬਾਹਰ ਜਾਣਾ, ਬਾਹਰ ਜਾ ਕੇ ਭਾਵੇਂ ਝਾੜੂ ਹੀ ਮਾਰਨਾ ਪਵੇ। ਉਹ ਇਹ ਵੀ ਕਹਿੰਦੇ ਹੋਣਗੇ ਸਾਡੇ ਡਾਕੂਮੈਂਟ ਬਣਾ ਦਿਓ, ਉਹਨਾਂ ਵਾਸਤੇ ਕੀ ਕਹੋਗੇ? ਦੇਖੋ ਮੇਰੇ ਕੋਲ ਇਸ ਤਰ੍ਹਾਂ ਦੇ ਬਹੁਤ ਲੋਕ ਆਉਂਦੇ, ਉਹ ਕਹਿੰਦੇ ਪੈਸੇ ਦੀ ਕੋਈ ਟੈਨਸ਼ਨ ਨਹੀਂ, ਪੈਸਾ ਜਿੰਨਾ ਮਰਜ਼ੀ ਤੁਸੀਂ ਲੈ ਲਓ, ਬਟ ਸਾਡੇ ਡਾਕੂਮੈਂਟਸ ਤੋਂ ਲੈ ਕੇ ਸਾਡੇ ਐਕੈਡੈਮਿਕਸ ਤੋਂ ਲੈ ਕੇ ਸਾਡੇ ਐਕਸਪੀਰੀਅੰਸ ਤੋਂ ਲੈ ਕੇ ਸਾਰਾ ਕੁਝ ਤੁਸੀਂ ਬਣਾ ਦਿਓ। ਬਟ ਉਹਨਾਂ ਵਾਸਤੇ ਮੇਰੇ ਵੱਲੋਂ ਇਹੀ ਹੈ ਕਿ ਨਹੀਂ ਜੀ ਤੁਸੀਂ ਕਿਸੇ ਹੋਰ ਨੂੰ ਦੇਖ ਲਓ, ਮੈਂ ਤੁਸੀਂ ਭਾਵੇਂ ਮੈਨੂੰ 10 ਲੱਖ ਕੀ 10 ਕਰੋੜ ਵੀ ਦੇ ਦੋਗੇ ਮੈਂ ਇਹ ਕੰਮ ਨਹੀਂ ਕਰੂੰਗੀ। ਬਿਕੋਜ਼ ਬਾਈ ਚਾਂਸ ਬੰਦੇ ਦਾ ਜੇ ਵੀਜ਼ਾ ਨਹੀਂ ਆਉਂਦਾ, ਫੇਕ ਡਾਕੂਮੈਂਟੇਸ਼ਨਸ ਦੀ ਵੈਰੀਫਿਕੇਸ਼ਨ ਹੁੰਦੀ ਹੈ, ਫੇਕ ਕੀ ਜੈਨੂਇਨ ਡਾਕੂਮੈਂਟੇਸ਼ਨਸ ਦੀ ਵੀ ਵੈਰੀਫਿਕੇਸ਼ਨ ਹੁੰਦੀ ਹੈ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ। ਕੋਈ ਬੰਦਾ ਗ੍ਰੈਜੂਏਟ ਹੈਗਾ ਹੈ, ਉਹਨੇ ਆਪਣੇ ਐਕਸਪੀਰੀਅੰਸ ਬੇਸਿਸ ਦੇ ਉੱਪਰ ਵਰਕ ਪਰਮਿਟ ਲਈ ਅਪਲਾਈ ਕਰਨਾ ਹੈਗਾ। ਜਿਹੜਾ ਗ੍ਰੈਜੂਏਸ਼ਨ ਤੁਹਾਡੇ ਸਰਟੀਫਿਕੇਟਸ ਹੈਗੇ ਆ ਕਿਸੇ ਯੂਨੀਵਰਸਿਟੀ ਜਾਂ ਕਾਲਜ ਤੋਂ ਤੁਸੀਂ ਆਪਣੀ ਗ੍ਰੈਜੂਏਸ਼ਨ ਕੀਤੀ ਹੈਗੀ, ਉਹਦੀ ਇੱਕ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ ਜਿਹਨੂੰ WS ਕਹਿੰਦੇ ਹੈਗੇ, ਵੈਸ। ਉਹਦੀ ਪ੍ਰੋਪਰ ਵੈਸ ਹੁੰਦੀ ਹੈਗੀ ਹੈ ਪਹਿਲੇ। ਬਾਈ ਚਾਂਸ ਜੇ ਵੈਸ ਦੇ ਵਿੱਚ ਆ ਗਿਆ ਕਿ ਇਹ ਜਿੱਥੋਂ ਇਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੀਤੀ ਹੈਗੀ ਹੈ ਦੈਟ ਇਜ਼ ਨਾਟ ਅ ਐਫੀਲੀਏਟਡ ਯੂਨੀਵਰਸਿਟੀ ਔਰ ਕਾਲਜ, ਉਹਦਾ ਕੁਝ ਨਹੀਂ ਹੋ ਸਕਦਾ ਹੈਗਾ। ਐਂਡ ਇਨਡੀਡ ਕੱਲ੍ਹ ਨੂੰ ਜੇ ਬਾਈ ਚਾਂਸ ਜੇ ਕੋਈ ਮੈਂ ਕਿਸੇ ਦਾ ਕਰੂੰਗੀ ਐਸਾ ਫੇਕ ਡਾਕੂਮੈਂਟੇਸ਼ਨਸ ਦੀ ਤਿਆਰੀ ਕਰੂੰਗੀ, ਪੈਸਾ ਵੀ ਅਗਲੇ ਦਾ ਲਗਾਉਂਗੀ, ਲੀਗਲ ਐਕਸ਼ਨ ਹੋਏਗਾ, ਉਹਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਜੋ ਕੰਮ ਜੈਨੂਇਨ ਵੇ ਨਾਲ ਅਸੀਂ ਕਰ ਸਕਦੇ ਹੈਗੇ ਹਾਂ ਦੈਟ ਇਜ਼ ਮਚ ਬੈਟਰ ਇੰਸਟੈਡ ਆਫ ਗੋਇੰਗ ਇਨ ਦਾ ਫੇਕ ਵੇ ਜੋ ਇਹ ਕਰ ਰਹੇ ਅਨਜੈਨੂਇਨਟੀ ਦਾ ਕੰਮ ਕਰਦੇ ਹੈਗੇ ਆ। ਤਾਂ ਇਹ ਸਨ ਸਾਡੇ ਨਾਲ ਗੋਰਸੀ ਲਾ ਫਰਮ ਇਮੀਗ੍ਰੇਸ਼ਨ ਫਰਮ ਦੇ MD ਮਿਸਿਸ ਚਰਨਜੀਤ ਕੌਰ ਗੋਰਸੀ, ਜਿਨ੍ਹਾਂ ਨਾਲ ਅਸੀਂ ਇਮੀਗ੍ਰੇਸ਼ਨ ਦੇ ਬਾਰੇ 'ਚ ਖੁੱਲ੍ਹ ਕੇ ਗੱਲ ਕੀਤੀ। ਔਰ ਇਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜੇਕਰ ਤੁਹਾਡੇ ਡਾਕੂਮੈਂਟ ਯਾਨੀ ਕਿ ਦਸਤਾਵੇਜ਼ ਕੰਪਲੀਟ ਹੈ ਤਾਂ ਹੀ ਇਮੀਗ੍ਰੇਸ਼ਨ ਵਾਸਤੇ ਉਹਦੀ ਫਾਈਲ ਜਿਹੜੀ ਆ ਉਹ ਲਗਾਈ ਜਾਵੇ, ਨਹੀਂ ਤੇ ਆਉਣ ਵਾਲੇ ਟਾਈਮ 'ਚ ਜੇ ਤੁਸੀਂ ਗਲਤ ਡਾਕੂਮੈਂਟ ਦੇ ਨਾਲ ਆਉਂਦੇ ਹੋ ਤਾਂ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। कैमरामैन मुकेश के नाल राजन गुसाई, पंजाब वाया न्यूज़, अमृतसर। हाँ जी नमस्कार, मेरा नाम डॉक्टर विकास सिंह जी है। मैं SPS हॉस्पिटल ਵੱਲੋਂ ਨੋਡਲ ਆਫਿਸਰ ਹੈਗਾ ਇੱਥੋਂ ਦਾ, ਜਿਹੜਾ ਕੋਵੈਕਸਿਨ ਆਪਾਂ ਕੋਵਿਸ਼ੀਲਡ ਵੈਕਸੀਨ ਡਰਾਈਵ ਸ਼ੁਰੂ ਕੀਤੀ ਹੈਗੀ ਹੈ। ਸਾਡੇ ਕੋਲ ਅੱਜ ਹੀ ਸ਼ੁਰੂ ਕੀਤੀ, ਅਸੀਂ ਇਸ ਵੈਕਸੀਨ ਲਗਾਉਣਾ ਹੈਗਾ। ਤਕਰੀਬਨ 35-40 ਲੋਕਾਂ ਨੇ ਵੈਕਸੀਨ ਲਗਵਾ ਲਈ ਹੈ। ਜਿਹੜੇ ਡਾਕਟਰਸ ਨੇ, ਨਰਸਿਸ ਨੇ, ਸਟਾਫ ਨੇ ਕਾਫੀ ਅੱਗੇ ਵੱਧ ਚੜ ਕੇ ਸਾਡੇ ਕੋਲ ਆ ਰਹੇ ਨੇ ਵੈਕਸੀਨ ਲਗਵਾਉਣ। ਕੁਝ ਵੈਕਸੀਨ ਦੇ ਬਾਰੇ ਵੀ ਪੁੱਠੀਆਂ ਧਾਰਨਾਵਾਂ ਵੀ ਹੈਗੀਆਂ ਕਿ ਰਿਐਕਸ਼ਨ ਵਗੈਰਾ ਹੋ ਰਹੇ ਨੇ ਜਾਂ ਕੁਝ ਮੌਤਾਂ ਹੋ ਰਹੀਆਂ ਨੇ। ਇਹ ਸਭ ਧਾਰਨਾ ਹੈਗੀਆਂ ਜਿਹੜੀਆਂ ਹੈਗੀਆਂ ਨੇ ਇਹ ਪ੍ਰੂਵਨ ਨਹੀਂ ਹੈਗੀਆਂ ਹੈ। ਇਸ ਕਰਕੇ ਅਸੀਂ ਕਹਾਂਗੇ ਸਭ ਨੂੰ ਕਿ ਇਹ ਵੈਕਸੀਨ ਲਗਵਾਉਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈਗੀ ਹੈ। ਤੇ ਅਸੀਂ ਤਾਂ ਇਕੱਲੇ 40 ਵੈਕਸੀਨ ਲਗਵਾਤੇ हैं, ਸਾਰੇ ਜਿਹੜੇ ਲਗਵਾਈਆਂ ਵੈਕਸੀਨ ਸਭ ਕੁਸ਼ਲ ਮੰਗਲ ਨੇ, ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ। ਤੇ ਆਸ਼ਾ ਕਰਦੇ ਹਾਂ ਕਿ ਇਹ ਵੈਕਸੀਨ ਸਭ ਦਾ ਭਲਾ ਹੀ ਕਰੂਗੀ, ਕਿਸੇ ਨੂੰ ਨੁਕਸਾਨ ਨਹੀਂ ਕਰੇਗੀ। ਧੰਨਵਾਦ। ਉਹਦੇ ਵਿੱਚ ਸਾਫ਼ ਇੰਸਟਰਕਸ਼ਨਸ ਲਿਖੀਆਂ ਕਿਹੜੇ ਪੇਸ਼ੈਂਟਸ ਨੂੰ ਲੱਗ ਸਕਦੀ ਹੈ, ਕਿਸੇ ਕਿਸਮ ਦੀ ਕੋਈ ਕਾਂਟਰਾ ਇੰਡੀਕੇਸ਼ਨ ਨਹੀਂ ਹੈ ਔਰ ਸੇਫ ਹੈ। देखो ना, सब सीनियर डॉक्टर्स, जूनियर डॉक्टर्स, वार्ड बॉय सब ने लगवाई है, नर्सिस ने लगवाई है, किसी ने कोई कॉम्प्लिकेशन नहीं है। हाले तक तो कोई भी नहीं, बिल्कुल सेफ है, कोई चिंता नहीं करनी। मैं डॉक्टर अवस्थी, डॉक्टर GL अवस्थी, मैं डायरैक्टर SPS हॉस्पिटल शेरपुर चौक लुधियाना का। साढ़े इतने अज वैक्सीनेशन का प्रोग्राम सीगा, अज पहला दिन है। सुबह इनागूरेट होया 9:30 बजे और आज कोविशील्ड लग रही है। बेशक इन्होंने सारे स्टाफ मैंबर्स को 120 स्टाफ मैंबर को लगनी सी, जिन्होंने चो इस वेले तक 30 को लग चुकी है, कंप्लीट हो गई है। बहुत अच्छा प्रोग्राम ठीक तरीके नाल चल रहा है। पहले उन्होंने सब रजिस्ट्रेशन होती है कंप्यूटराइज स्टाफ की, उसके बाद फिर एक का इंजैक्शन होता है
और उसके बाद अद्धा घंटा वेट करवाई है, और नर्स बैठी है, ब्लड प्रेशर वगैरह चेक हो गया। हाले तक किसी पेशेंट को कोई किसी किस्म की किसी भी डॉक्टर ने कोई परेशानी कोई तकलीफ नहीं आई है। थोड़ा जिहा कोई किसी वेले मामूली जिहा इंजैक्शन तो बाद नौजिया फील होता है, यानी उल्टी की सेंसेशन, लेकिन वो 26 ਦੀ ਪਰੇਡ ਦੀ ਤਿਆਰੀ ਲਗਾਤਾਰ ਪੰਜਾਬ ਵਿੱਚ ਜਾਰੀ ਆ ਔਰ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ ਅੱਜ ਦਿੱਲੀ ਮੋਰਚੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਹੁੰਚ ਰਿਹਾ ਵਾ। ਤੇ ਇਸੇ ਤਰੀਕੇ ਨਾਲ ਰੋਜ਼ ਦੇ ਰੋਜ਼ ਹਜ਼ਾਰਾਂ ਟਰੈਕਟਰ ਟਰਾਲੀਆਂ ਪੰਜਾਬ ਦੇ ਵਿੱਚੋਂ, ਅਸੀਂ ਕਹਿੰਦੇ ਟਰਾਲੀਆਂ ਨੂੰ ਜਿਵੇਂ 26 ਜਨਵਰੀ ਝਾਕੀਆਂ ਪੇਸ਼ ਹੁੰਦੀਆਂ, ਝਾਕੀਆਂ ਬਣਾ ਕੇ ਲਿਆਓ, ਉੱਥੇ ਜਿਹੜੇ ਆਪਣੇ ਅੰਦੋਲਨ 'ਚ ਸ਼ਹੀਦ ਹੋਏ ਜਿਹੜਾ ਤੁਸੀਂ ਜਾਣਦੇ ਉਹਨਾਂ ਦੀਆਂ ਫੋਟੋਆਂ ਲਾ ਕੇ ਆਓ। ਸੋ ਝਾਕੀਆਂ ਬਣਾ ਕੇ ਟਰੈਕਟਰ ਟਰਾਲੀਆਂ ਲੈ ਕੇ ਇਸੇ ਤਰੀਕੇ ਨਾਲ ਲੱਖਾਂ ਦਰਿਆ 23 ਤੱਕ ਜਿਹੜੇ ਟਰੈਕਟਰ ਟਰਾਲੀਆਂ ਦਿੱਲੀ ਵਿੱਚ ਪਹੁੰਚ ਜਾਣੇ ਚਾਹੀਦੇ ਆ। ਹੁਣ ਇਹਦੀ ਵੱਧ ਮਹੱਤਤਾ ਵਾ ਵੀ ਇਸ ਅੰਦੋਲਨ ਦੇ ਵਿੱਚ ਹਰਿਆਣੇ ਤੋਂ, ਪੰਜਾਬ ਤੋਂ, ਯੂਪੀ ਤੋਂ ਅਸੀਂ ਲੱਖਾਂ ਲੱਖ ਟਰੈਕਟਰ ਟਰਾਲੀਆਂ, ਕਰੋੜਾਂ ਲੋਕਾਂ ਦਾ ਬਹੁਤ ਵੱਡਾ ਅੰਦੋਲਨ ਬਣਾਈਏ ਅਤੇ 26 ਜਨਵਰੀ ਨੂੰ ਜਿਹੜੀ ਆ ਉਹ ਪਰੇਡ ਵਿੱਚ ਜਿਹੜੇ ਆ ਸ਼ਾਮਲ ਹੋਈਏ। ਇਹਦੋਂ ਗਾਹਾਂ ਬਹੁਤ ਸਾਰੇ ਪੱਖ ਆ ਜਿਹੜਾ ਸਰਕਾਰ ਨੇ ਪ੍ਰਸਤਾਵ ਰੱਖਿਆ, ਵੇਖਣਾ ਪਊਗਾ ਕਿ ਸਰਕਾਰ ਦੀ ਮਨਸ਼ਾ ਅੰਦੋਲਨ ਨੂੰ ਚੁੱਪ ਚਪੀਤੇ ਖਤਮ ਕਰਾਉਣ ਦੀ ਆ ਕਿ ਸਰਕਾਰ ਜਿਹੜੀ ਕਮੇਟੀ ਦੀ ਬਾਰ-ਬਾਰ ਅਸੀਂ ਤਜਵੀਜ਼ ਰੱਦ ਕਰ ਚੁੱਕੇ ਹਾਂ, ਉਹਨਾਂ ਕੋਲ ਨਵਾਂ ਰਾਹ ਕਮੇਟੀ ਬਣਾ ਕੇ ਨਵਾਂ ਰਾਹ ਕੱਢਣ ਦੀ ਉਹਨਾਂ ਦੀ ਮਨਸ਼ਾ ਹੈਗੀ ਆ। ਕੋਈ ਸਰਕਾਰ ਸਮਝੌਤੇ ਕਰਕੇ ਖੜਦੀਆਂ ਕਿੰਨੀਆਂ ਕੁ ਹੁੰਦੀਆਂ ਵਾ। ਇਹਦੋਂ ਗਾ ਜਦੋਂ ਸਰਵਉੱਚ ਨਿਆਲੇ 'ਚ ਬਹੁਤ ਸਾਰੇ ਹਾਲਾਤਾਂ ਨੂੰ ਵੇਖਦੇ ਹੋਏ ਆਪਾਂ ਨਹੀਂ ਗਏ, ਉਹਨਾਂ ਦੀ ਕਮੇਟੀ ਤਜਵੀਜ਼ ਅਸੀਂ ਰੱਦ ਕੀਤੀ ਆ। ਜਿਸ ਕਿਸਮ ਦੀ ਕ੍ਰੈਡੀਬਿਲਿਟੀ ਆ ਨਿਆਂਪਾਲਿਕਾ ਦੀ, ਉਹਦੇ ਵਿੱਚ ਦਿੱਤਾ ਐਫੀਡੇਵਿਟ ਕੀ ਅੰਤਿਮ ਐਫੀਡੇਵਿਟ ਹੋਊਗਾ, ਸਰਕਾਰਾਂ ਆਪਦੇ ਪੱਖ ਬਦਲ ਦਿੰਦੀਆਂ। ਸੋ ਬਹੁਤ ਸੋਚਣ ਵਿਚਾਰ ਵਾਲਾ ਇਹ ਮੋੜ ਆ। ਸਰਕਾਰਾਂ ਕੀ ਇਸ ਕਿਸਮ ਦਾ ਪੱਤਾ ਖੇਡ ਕੇ ਮਿੱਠਾ ਜਾਲ ਵਸਾ ਕੇ ਜਥੇਬੰਦੀਆਂ 'ਚ ਵਖਰੇਵੇਂ ਸਾਬਤ ਕਰਨਾ ਚਾਹੁੰਦੀਆਂ, ਬਹੁਤ ਪੱਖ ਨੇ। ਸੋ ਇਸ ਕਰਕੇ ਇਹ ਅੰਦੋਲਨ ਦੀ ਦਬਾਅ ਆ। ਸਰਕਾਰ ਇੱਕ ਕਦਮ ਪਿਛਾਂਹ ਗਈ ਆ, ਪਰ ਸਰਕਾਰ ਦੇ ਪਿੱਛੇ ਜਾਣ ਦੇ ਪਿੱਛੇ ਵੀ ਕੁਛ ਨਾ ਕੁਛ ਲੁਕੀਆਂ ਹੋਈਆਂ ਚਾਲਾਂ ਹੁੰਦੀਆਂ ਵਾ, ਜਿਹਨੂੰ ਬੁੱਝਣ ਦੀ ਲੋੜ ਆ, ਜਿੱਤੇ ਵਿਚਾਰ ਚਰਚਾ ਹੋਣੀ ਆ। ਇਸ ਕਰਕੇ 26 ਵਾਲੇ ਪ੍ਰੋਗਰਾਮ 'ਤੇ ਵੀ ਅਸਰ ਨਾ ਪਵੇ। ਸਰਕਾਰ ਜਿਸ ਤਰੀਕੇ ਨਾਲ ਪੇਸ਼ਕਾਰੀ ਕਰ ਰਹੀ ਆ ਵੀ 22 ਨੂੰ ਇਸ ਮਸਲੇ ਦਾ ਹੱਲ ਅਸੀਂ ਕਰ ਲੈਣਾ, ਇਹਨੂੰ ਇਸ ਤਰੀਕੇ ਵਿੱਚ ਨਹੀਂ ਲੈਣਾ ਚਾਹੀਦਾ। ਉਹਨਾਂ ਨੂੰ ਲੱਗਦਾ ਵੀ ਐਂ ਲੋਕਾਂ ਦੀ ਗੱਲ ਲੋਕ ਤਿਆਰੀ ਨਿੱਕੀ ਕਰ ਦੇਣ। ਬੇਸ਼ੱਕ ਇਹ 26 ਜਨਵਰੀ ਤੋਂ ਬਾਅਦ ਵੀ ਅੰਦੋਲਨ ਚੱਲਣਾ ਵਾ। ਇਸ ਕਰਕੇ 26 ਦੀ ਤਿਆਰੀ ਸਾਨੂੰ ਸਿਖਰਾਂ 'ਤੇ ਕਰਨੀ ਚਾਹੀਦੀ ਆ। ਉੱਤੇ ਪੂਰਾ ਆਪਣਾ ਦੁਨੀਆ ਦਾ ਲਾ ਮਿਸਾਲ ਸਭ ਤੋਂ ਵੱਡਾ ਅੰਦੋਲਨ ਪੀਸਫੁਲੀ ਸ਼ਾਂਤਮਈ ਤਰੀਕੇ ਨਾਲ ਕਰਾਂਗੇ। ਅਤੇ ਸਾਨੂੰ ਕਰਨਾ ਚਾਹੀਦਾ। ਜਿਹੜੇ ਖੇਤੀ ਦੇ 3 ਕਾਨੂੰਨ ਰੱਦ ਕਰਾਉਣੇ ਆ ਅਤੇ MSP ਦੇ ਉੱਤੇ ਨਵਾਂ ਕਾਨੂੰਨ ਬਣਾਉਣਾ ਵਾ। ਜਿਹੜੀ ਸਰਕਾਰ ਮੰਨ ਚੁੱਕੀ 2 ਕਾਨੂੰਨ, ਉਹਨਾਂ ਦਾ ਕੋਈ ਹੱਲ ਕੱਢਣਾ ਵਾ। ਇਹਨਾਂ ਮੰਗਾਂ 'ਤੇ ਅੰਦੋਲਨ ਚੱਲ ਰਿਹਾ ਅਤੇ ਇਹ ਮੰਗਾਂ ਮੰਨਣ ਤੋਂ ਬਗੈਰ ਇਹ ਅੰਦੋਲਨ ਸਰਕਾਰ ਸਮਾਪਤ ਨਹੀਂ ਕਰ ਸਕਦੀ। ਧੰਨਵਾਦ। ਅੱਜ ਵਾਰਡ ਨੰਬਰ 47 ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਦਾ ਬੜਾ ਬੁਰਾ ਹਾਲ ਸੀ, ਜੰਮੂ ਕਲੋਨੀ, ਵਿਸ਼ਕਰਮਾ ਟਾਊਨ, ਕਮਲਾ ਨਗਰ, ਮੈਂ ਸਮਝਦਾ ਜਿਹੜੀਆਂ ਕਿ ਪਿਛਲੇ 10 ਤੋਂ 12 ਸਾਲਾਂ ਸੜਕਾਂ ਨਹੀਂ ਬਣੀਆਂ ਸੀ, ਅੱਜ ਉਹਨਾਂ ਦਾ ਨੀਂਹ ਪੱਥਰ ਸਾਡੇ ਹਲਕਾ ਇੰਚਾਰਜ ਕਵਲਜੀਤ ਸਿੰਘ ਕੜਵਲ ਜੀ ਉਹਨਾਂ ਵੱਲੋਂ ਰੱਖਿਆ ਗਿਆ। ਇਹ ਜਿਹੜਾ ਲੁੱਕ ਦਾ ਕੰਮ ਆ, ਜਿਹਦੇ ਵਿੱਚ ਰੋਡ ਜਾਲੀਆਂ ਸ਼ੁਰੂ ਹੋ ਗਿਆ, ਕੰਮ ਸ਼ੁਰੂ ਕਰਤਾ। 1 ਕਰੋੜ 10 ਲੱਖ ਦਾ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਵਾ। ਕਿਉਂਕਿ ਇਲਾਕੇ ਦੇ ਵਿੱਚ ਦੇਖੋ, ਜਦੋਂ ਲੋਕਾਂ 'ਚ ਗਏ ਆ, ਲੋਕਾਂ ਨਾਲ ਵਾਅਦਾ ਕੀਤਾ ਸੀ ਵੋਟਾਂ ਲੈਣ ਵੇਲੇ ਵੀ ਜੋ ਤੁਹਾਡੇ ਡਿਵੈਲਪਮੈਂਟ ਦੇ ਕੰਮ ਹੋਣਗੇ, ਉਹਨੂੰ ਪੂਰਾ ਕਰਨ ਦੇ ਲਈ ਇਹ ਉਪਰਾਲਾ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ, ਸਾਡੇ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਜਿਹੜੇ ਕਿ ਲੁਧਿਆਣਾ ਤੋਂ ਆ, ਉਹਨਾਂ ਦਾ ਆਸ਼ੀਰਵਾਦ ਸਦਕਾ ਅੱਜ ਇਹ ਇਲਾਕੇ ਦੀ ਡਿਵੈਲਪਮੈਂਟ ਹੋ ਰਹੀ ਹੈ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਅਤੇ ਜਿਹੜੇ ਹੋਰ ਵੀ ਕੰਮ ਅਧੂਰੇ ਨੇ, ਜੋ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਪੈਂਡਿੰਗ ਪਏ ਨੇ, ਉਹ ਵੀ 2-4 ਮਹੀਨਿਆਂ ਦੇ ਵਿੱਚ ਉਹ ਵੀ ਕੰਮ ਸ਼ੁਰੂ ਹੋ ਜਾਣਗੇ। ਵਾਰਡ ਦੇ ਵਿੱਚ ਜਿੰਨੇ ਵੀ ਕੰਮ ਨੇ, ਜੋ ਵਾਅਦੇ ਕੀਤੇ ਸੀ, ਇੱਕ ਇੱਕ ਕਰਕੇ ਉਹ ਵਾਅਦਾ 5 ਸਾਲ ਤੋਂ ਪਹਿਲਾਂ 3 ਤੋਂ 4 ਮਹੀਨਿਆਂ ਦੇ ਵਿੱਚ ਸਾਰੇ ਹੀ ਕੰਮ ਪੂਰੇ ਕੀਤੇ ਜਾਣਗੇ, ਤਾਂ ਕਿ ਇਹ ਸਾਰਾ ਮੈਂ ਸਮਝਦਾ ਜਿਹੜੇ ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਦੀ ਮਿਹਨਤ ਸਦਕਾ ਅਤੇ ਹਲਕਾ ਇੰਚਾਰਜ ਕਵਲਜੀਤ ਸਿੰਘ ਕੜਵਲ ਜੀ ਅਤੇ ਆਸ਼ੂ ਜੀ, ਉਹਨਾਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਵਾਰਡ ਨੰਬਰ 47 ਵੱਲ ਮੇਰੀ ਬੇਨਤੀ ਦਾ ਪ੍ਰਵਾਨ ਕਰਦੇ ਹੋਏ
ਇਹਦੇ ਡਿਵੈਲਪਮੈਂਟ ਵਾਸਤੇ ਵੱਧ ਤੋਂ ਵੱਧ ਪੈਸਾ ਦਿੱਤਾ। ਮੈਂ ਉਹਨਾਂ ਦਾ ਆਪਣੇ ਵੱਲੋਂ, ਆਪਣੇ ਇਲਾਕੇ ਵੱਲੋਂ, ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹ ਪੂਰਾ ਇਲਾਕਾ ਵਾ ਜੀ, ਜੰਮੂ ਕਲੋਨੀ ਲੈ ਕੇ ਵਿਸ਼ਵਕਰਮਾ ਟਾਊਨ, ਕਮਲਾ ਨਗਰ, ਇਹਦੇ ਵਿੱਚ ਇੰਦਰਾ ਨਗਰ ਵੀ ਆ, ਆਜ਼ਾਦ ਨਗਰ ਦੀਆਂ ਗਲੀਆਂ ਵੀ ਨੇ। ਇਹਦੇ ਵਿੱਚ ਆ 1 ਕਰੋੜ 10 ਲੱਖ ਦੇ ਵਿੱਚ ਮੈਂ ਸਮਝਦਾ ਮੇਰੇ ਵਾਰਡ ਦੀਆਂ ਕਾਫੀ ਹੱਦ ਤੱਕ ਏਰੀਆ ਕਵਰ ਹੋ ਜਾਏਗਾ। ਟਾਈਲਾਂ ਦਾ ਕੰਮ ਹਜੇ ਵੀ ਚੱਲਦਾ ਪਿਆ। ਕੱਲ ਬਹਿਰਾਮਪੁਰ ਪੁਲਿਸ ਪਾਰਟੀ ਵੱਲੋਂ ਹੈ ਜਿਹੜਾ ਰਾਮਪੁਰ ਨਾਕਾ ਲਗਾਇਆ ਹੋਇਆ ਸੀਗਾ, ਉੱਥੇ ਸ਼ੱਕੀ ਹਾਲਤ ਦੇ ਵਿੱਚ 2 ਨਾਈਜੀਰੀਅਨ ਕੌਮ ਦੇ ਪੁਲਿਸ ਪਾਰਟੀ ਨੇ ਕਾਬੂ ਕੀਤੇ ਤੇ ਜਿਨ੍ਹਾਂ ਨੇ ਸਾਡੇ ਮਾਨਯੋਗ ਡੀਐਸਪੀ ਹੈ ਮਹੇਸ਼ ਸੈਣੀ ਦੀ ਉਹਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਤਲਾਸ਼ੀ ਲਈ ਤੇ ਉਹਨਾਂ ਤੋਂ 400 ਗ੍ਰਾਮ ਜਿਹੜੀ ਹੈਰੋਇਨ ਹੈ ਰਿਕਵਰ ਹੋਈ ਹੈ, ਜਿਹਦੀ ਕਿ ਇੰਟਰਨੈਸ਼ਨਲ ਮਾਰਕੀਟ ਪ੍ਰਾਈਸ 2 ਕਰੋੜ ਰੁਪਏ ਹੈ। ਇਹ ਅਜੇ ਇਹਨਾਂ ਦਾ ਰਿਮਾਂਡ ਲੈ ਕੇ ਤਫਤੀਸ਼ ਪੁੱਛਗਿੱਛ ਕੀਤੀ ਜਾਊਗੀ ਤੇ ਫੋਰ ਦੀ ਟਾਈਮ ਸਾਨੂੰ ਇਹ ਪਤਾ ਲੱਗਿਆ ਕਿ ਇਹ ਦਿੱਲੀ ਤੋਂ ਲੈ ਕੇ ਆਏ ਸੀਗੇ ਤੇ ਇੱਥੇ ਆਪਦੇ ਕਸਟਮਰ ਨੂੰ ਦੇਣ ਵਾਸਤੇ ਘੁੰਮ ਰਹੇ ਸੀ। ਕਿੱਥੋਂ ਨਾਗਰਿਕ ਨੇ? ਇਹ ਨਾਈਜੀਰੀਅਨ ਨੇ ਜੀ, ਇੱਕ 33 ਸਾਲਾਂ ਦਾ ਜੀ, ਇੱਕ 43 ਸਾਲਾਂ ਦਾ। ਇਹ ਦੋਨੋਂ ਬਸ ਸੇਮ ਕੰਟਰੀ ਦੇ ਨੇ, ਇਹੀ ਹੈ ਆਪਸ ਵਿੱਚ ਫਰੈਂਡਸ। ਨਹੀਂ, ਇਹ ਦੋਨੋਂ ਹੈ ਜਿਹੜੇ ਦਵਾਰਕਾ ਦੇ ਕਿਸੇ ਉਹ ਦਿੱਲੀ ਦੇ ਦਵਾਰਕਾ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਤੇ ਸਟੂਡੈਂਟ ਨਹੀਂ। ਨੈਚੁਰਲੀ ਹੈ ਜੀ, ਜਦੋਂ ਕੋਈ ਅਸੀਂ ਕ੍ਰਿਮੀਨਲ ਫੜਦੇ ਹਾਂ ਥੋੜ੍ਹੀ ਬਹੁਤ ਤਾਂ ਫਿਰ ਉਹਦੇ 'ਚ ਕੋਸ਼ਿਸ਼ ਕਰਨੀ ਪੈਂਦੀ ਹੈ। ਹੁਣ ਕੀ ਕੀਤਾ ਜਾ ਰਿਹਾ? ਕੀ ਕਾਰਵਾਈ ਕੀਤੀ ਹੈਗੀ? ਹੁਣ ਇਹਨਾਂ ਦਾ ਰਿਮਾਂਡ ਲੈ ਕੇ ਜੀ ਫਿਰ ਪੂਰੀ ਇਹਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਏਗੀ। ਸਪਲਾਈ ਲਾਈਨ ਤੋੜਨ ਵਾਸਤੇ ਕਿੱਥੋਂ ਲੈ ਕੇ ਆਏ ਸੀ, ਕਿਹਨੂੰ ਦਿੰਦੇ ਸੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਕਰਨ ਆਏ ਆ, ਅਪੀਲ ਕਰਨ ਆਏ ਆ ਵੀ ਚੋਣਾਂ ਬੈਲਟ ਪੇਪਰ ਨਾਲ ਹੋਣ, ਈਵੀਐਮ ਮਸ਼ੀਨਾਂ ਨੂੰ ਛੱਡੋ। ਜਦੋਂ ਕੈਨੇਡਾ ਅਮਰੀਕਾ ਵਰਗੇ ਦੇਸ਼ ਯਾਨੀ ਬੈਲਟ ਪੇਪਰ ਨਾਲ ਚੋਣਾਂ ਹੁੰਦੀਆਂ ਨੇ ਤਾਂ ਭਾਰਤ ਵਿੱਚ ਕਿਉਂ ਨਹੀਂ ਆ? ਖਬਰਾਂ ਵਿੱਚ ਖਬਰਾਂ ਆਉਂਦੀਆਂ ਨੇ, ਸੋਸ਼ਲ ਮੀਡੀਆ 'ਤੇ ਖਬਰਾਂ ਆਉਂਦੀਆਂ ਨੇ, ਕਹਿੰਦੇ ਚੋਣਾਂ ਦੇ ਵਿੱਚ ਗੜਬੜੀ ਹੁੰਦੀ ਆ, ਈਵੀਐਮ ਮਸ਼ੀਨਾਂ ਦੇ ਵਿੱਚ ਖਰਾਬੀ ਹੁੰਦੀ ਆ, ਤਾਂ ਸਾਡੇ ਮਨ ਟੁੱਟਦੇ ਆ, ਲੋਕਾਂ ਦੇ ਮਨ ਟੁੱਟਦੇ ਆ। ਕਈ ਲੋਕ ਵੋਟ ਪਾਉਣ ਨਹੀਂ ਜਾਂਦੇ ਕਰਾਂ। ਮੈਂ ਤਾਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਵਾਂ ਵੀ ਕੋਈ ਨਾ ਕੋਈ ਚੰਗਾ ਕੰਮ ਤਾਂ ਕਰ ਲਓ। ਤੁਸੀਂ ਸਾਡੇ CMO ਹੁਣ ਨਗਰ ਕੌਂਸਲ ਦੀਆਂ ਚੋਣਾਂ ਆਉਣੀਆਂ ਨੇ, ਇਹਨਾਂ ਨੂੰ ਬੈਲਟ ਪੇਪਰ ਨਾਲ ਕਰਾ ਲਓ, ਤੁਹਾਡੇ ਅਧੀਨ ਆਉਂਦੀਆਂ ਨੇ। ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦਿਓ ਕੈਪਟਨ ਸਾਹਿਬ, ਚੰਗਾ ਕੰਮ ਕਰੋਗੇ ਲੋਕੀ ਪ੍ਰਸ਼ੰਸਾ ਕਰਨਗੇ। ਹਾਂ ਜੀ, ਸੁਣਨਗੇ। ਚਿਮਟੇ ਜਾ ਕੇ ਕਿਹਨੂੰ ਸੁਣਾਉਣਾ ਹੈ? ਮੈਂ ਕਹਿੰਦਾ DC ਸਾਹਿਬ ਨੂੰ ਵੀ ਮੈਂ ਜਗਾਉਣ ਆਏ ਆ ਤੇ ਵੀ ਕੋਈ ਨਾ ਕੋਈ ਕਰੋ ਕਰਾਂ, ਤੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਨ ਆਏ ਆ ਤੇ ਬਾਕੀ ਅਸੀਂ ਲੀਡਰਾਂ ਨੂੰ ਵੀ ਬੇਨਤੀ ਕਰਦੇ ਆ ਬਈ ਖਾਨਾ ਪੂਰਤੀ ਨਾ ਕਰਿਆ ਕਰੋ ਕਰਾਂ। ਹੁਣ ਤੁਸੀਂ ਵੀ ਆਵਾਜ਼ ਨੂੰ ਬੁਲੰਦ ਕਰੋ। ਜੇ EVM ਮਸ਼ੀਨਾਂ ਦੇ ਵਿੱਚ ਖਰਾਬੀ ਹੁੰਦੀ ਆ ਤਾਂ 22 ਦੇ ਵਿੱਚ ਚੋਣਾਂ ਹੋਣੀਆਂ ਨੇ, ਇੱਥੇ 24 ਦੇ ਵਿੱਚ ਚੋਣਾਂ ਹੋਣੀਆਂ ਨੇ, 22 ਦੇ ਵਿੱਚ 101% BJP ਦੀ ਸਰਕਾਰ ਬਣ ਜਾਣੀ ਆ ਜੇ EVM ਮਸ਼ੀਨਾਂ ਦੇ ਵਿੱਚ ਘਪਲਾ ਹੁੰਦਾ ਵਾ। ਅੱਜ ਉਹ ਸਾਨੂੰ ਗੁਲਾਮੇ ਤੋਂ ਫੜ ਕੇ ਮਾਰ ਰਹੀ ਆ, ਫਿਰ ਸਾਨੂੰ ਗੋਲੀਆਂ ਨਾ ਮਾਰੂਗੀ ਕਰਾਂ। ਅੱਜ ਅਸੀਂ ਬੇਨਤੀ ਕਰਨ ਆਏ ਆ ਕਿਉਂਕਿ ਲੋਕਾਂ ਦੇ ਵਿੱਚ ਰੋਸ ਬਹੁਤ ਆ ਕਰਾਂ। ਨਹੀਂ, ਇਹ ਵੀ ਮਸ਼ੀਨਾਂ 'ਚ ਗੜਬੜ ਹੁੰਦੀ ਹੈ। ਹਾਂਜੀ, ਲੋਕੀ ਵੀ ਕਹਿੰਦੇ ਨੇ, ਅਖਬਾਰਾਂ ਵਿੱਚ ਖਬਰਾਂ ਵੀ ਆਉਂਦੀਆਂ ਨੇ, ਟੈਲੀਵਿਜ਼ਨਾਂ ਦੇ ਵੀ ਚੱਲਦੀਆਂ ਨੇ, ਵਿਧਾਨ ਸਭਾ ਦੇ ਵਿੱਚ ਵੀ ਮੁੱਦੇ ਚੱਕੇ ਜਾਂਦੇ ਨੇ। ਪਰ ਅੱਜ ਅਸੀਂ ਚੋਣ ਕਮਿਸ਼ਨ ਨੂੰ ਜਗਾਉਣ ਆਏ ਆ ਕਿਉਂਕਿ ਜਿਹੜਾ ਬੰਦਾ ਚੋਣ ਕਮਿਸ਼ਨ ਦੀ ਗੱਲ ਨਾ ਮੰਨੇ, ਕਿਉਂਕਿ ਵੋਟਾਂ ਹੁੰਦੀਆਂ ਨੇ ਉਦੋਂ ਗੁੰਡਾਗਰਦੀ ਹੁੰਦੀ ਆ, ਮਸ਼ੀਨਾਂ ਨੂੰ ਹੈਕਾਂ ਕੀਤਾ ਜਾਂਦਾ ਵਾ। ਜਿਹੜਾ ਬੰਦਾ ਚੋਣ ਕਮਿਸ਼ਨ ਦੀ ਗੱਲ ਨਾ ਮੰਨੇ, ਟੀਟੂ ਬਾਣਿਆ ਉਹਨੂੰ ਗੁੰਡਾ ਦੱਸਦਾ ਵਾ ਵੀ ਗੁੰਡੇ ਲੋਕਾਂ ਦਾ ਕੰਮ ਆ। ਸਾਡੇ ਲੀਡਰਾਂ ਦੀ ਛਵੀ ਖਰਾਬ ਹੋ ਗਈ ਆ। ਟੀਟੂ ਬਾਣਿਆ ਨਹੀਂ ਚਾਹੁੰਦਾ ਕਿ ਭਾਰਤੀ ਚੋਣ ਕਮਿਸ਼ਨ ਦੀ ਛਵੀ ਖਰਾਬ ਹੋਵੇ। ਇਸ ਕਰਕੇ ਬੇਨਤੀ ਕਰਨ ਆਇਆ ਵਾਂ ਵੀ ਬੈਲਟ ਪੇਪਰ ਨਾਲ ਚੋਣਾਂ ਹੋਣ ਤੇ 26 ਤਰੀਕ ਨੂੰ ਸਾਡੇ ਉੱਥੇ ਦਿੱਲੀ ਦੇ ਵਿੱਚ ਟਰੈਕਟਰ ਰੈਲੀ ਆ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ 22 ਤਰੀਕ ਨੂੰ ਉੱਥੇ ਪਹੁੰਚੋ, 22-23 ਤਰੀਕ ਨੂੰ ਪਹੁੰਚੋ ਤਾਂ ਜੋ ਆਪਾਂ ਸਰਕਾਰ ਨਾਲ ਮੱਥਾ ਲਾਈਏ। ਤੇ ਨਹੀਂ ਤਾਂ ਇੱਕ ਸਾਡੇ ਸਾਬਕਾ ਫੌਜੀ ਸਾਹਿਬ ਨੇ ਸਾਨੂੰ ਇੱਕ ਗੱਲ ਆਖੀ ਸੀਗੀ ਵੀ ਜਿਵੇਂ ਆਪਾਂ ਸਿਲੰਡਰ ਲੈਂਦੇ ਆ, ਉਹ ਬੁਕਿੰਗ ਕਰਾਉਣੀ ਆ, ਇੱਕ ਮਾਰਚ ਵਾਸਤੇ ਵੀ ਬੁਕਿੰਗ ਕਰਾਉਣੀ ਪੈਣੀ ਆ। ਇਹਨਾਂ ਦੀ ਗੱਲ ਮੈਨੂੰ ਵਧੀਆ ਲੱਗੀ ਤੇ ਮੈਂ ਅਪੀਲ ਕਰਨ ਆਇਆ ਵਾਂ ਤੇ ਮੈਂ ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਵਾਂ ਵੀ ਜੇ ਤੁਸੀਂ ਨਾ ਮੰਨੇ ਹੁਣ ਵੀ ਤਾਂ ਇੱਥੇ ਮੈਂ ਆਰਕੈਸਟਰਾ ਪ੍ਰੋਗਰਾਮ ਲਾਉਂਗਾ ਤੇ ਮੈਂ ਦਿੱਲੀ ਵੀ ਆਊਂਗਾ ਤੁਹਾਡੇ ਦਫ਼ਤਰ। ਕਿੱਥੇ ਲਾਉਂਗੇ? ਮੈਂ DC ਦਫ਼ਤਰ ਵੀ ਲਾਉਂਗਾ ਤੇ ਮੈਂ ਦਿੱਲੀ ਵੀ ਜਾਊਂਗਾ। ਮੈਂ ਤਾਂ ਆਹੀ ਬੇਨਤੀ ਕਰਦਾ ਵਾਂ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਹਾਨੂੰ ਜਗਾਉਣ ਆਏ ਆ ਤੇ ਵੀ ਆਹ ਕੰਮ ਬੈਲਟ ਪੇਪਰ ਵਾਲਾ ਕਰ ਦਿਓ ਕਰਾਂ ਤੇ EVM ਨੂੰ ਖਤਮ ਕਰ ਦਿਓ ਕਿਉਂਕਿ ਖਤਰਾ ਵਾ। ਨਹੀਂ ਤੇ ਇੱਥੇ ਧਰਨਾ ਲਾਉਂਗੇ? ਹਾਂ ਜੀ, ਇੱਥੇ ਮੈਂ ਆਰਕੈਸਟਰਾ ਪ੍ਰੋਗਰਾਮ ਕਰੂੰਗਾ ਜੀ ਕਰਾਂ, ਕੁੜੀਆਂ ਮੁੰਡੇ ਫਿਰ ਮੈਂ ਇੱਥੇ ਨਚਾਊਂਗਾ ਕਰਾਂ। ਮੈਂ ਜਦੋਂ ਮੇਰਾ ਮਨ ਕਰਦਾ ਮੈਂ ਉਹਦੀ ਕਰ ਦਿੰਦਾ ਹੁੰਦਾ ਜੀ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।